ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਸਤਿਗੁਰ ਹੋਏ ਦਇਆਲ ਤਾ ਸਰਦਾ ਪੂਰੀਐ। ਸਤਿਗੁਰ ਹੋਏ ਦਇਆਲ ਨਾ ਕਬਹੂ ਝੂਰੀਐ। ਸਤਿਗੁਰ ਹੋਏ ਦਇਆਲ ਤਾਂ ਦੁਖ ਨਾ ਜਾਣੀਐ। ਸਤਿਗੁਰ ਹੋਏ ਦਇਆਲ ਤਾਂ ਹਰ ਰੰਗ ਮਾਣੀਐ। ਸਤਿਗੁਰ ਹੋਏ ਦਇਆਲ ਤਾਂ ਜਮ ਕਾ ਡਰ ਕੇਹਾ। ਸਤਿਗੁਰ ਹੋਏ ਦਇਆਲ ਤਾਂ ਸਦ ਹੀ ਸੁਖ ਦੇਹਾ। ਸਤਿਗੁਰ ਹੋਏ ਦਇਆਲ ਤਾਂ ਨਵ ਨਿਧ ਪਾਈਐ। ਸਤਿਗੁਰ ਹੋਏ ਦਇਆਲ ਤਾਂ ਸੱਚ ਸਮਾਈਐ। ਸਤਿਗੁਰ ਹੋਏ ਦਇਆਲ ਤਾਂ ਨਵ ਨਿਧ ਪਾਈਐ। ਸਤਿਗੁਰ ਹੋਏ ਦਇਆਲ ਤਾਂ ਸੱਚ ਸਮਾਈਐ। ਸੱਚੇ ਪਾਤਸ਼ਾਹ ਗਰੀਬ ਨਵਾਜ਼ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜਿਤਨੀ ਵੀ ਸੰਗਤ ਮੇਰੇ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਦੇ ਹਜ਼ੂਰ ਹਾਜ਼ਰ ਹੋ, ਪਿਆਰ ਨਾਲ ਦੋਵੇਂ ਹੱਥ ਜੋੜ ਕੇ ਸਿਰ ਝੁਕਾ ਕੇ ਗੱਜ ਕੇ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸੰਗਤ ਜੀ, ਗੁਰੂ ਸਾਹਿਬ ਜੀ ਦੀ ਦਿਆਲਤਾ ਹੋਈ ਹੈ, ਕਿਰਪਾ ਹੋਈ ਹੈ। ਆਪਾਂ ਮਹਾਰਾਜ ਜੀ ਦੀ ਹਾਜ਼ਰੀ ਦੇ ਵਿੱਚ ਬੈਠੇ ਹੋਏ ਹਾਂ, ਗੁਰੂ ਜੀ ਦੇ ਦਰਸ਼ਨ ਕਰ ਰਹੇ ਹਾਂ। ਕੁਝ ਸਮੇਂ ਵਾਸਤੇ ਕਥਾ ਵਿਚਾਰ ਦਾ ਬਾਬਾ ਜੀ ਦੇ ਵੱਲੋਂ ਹੁਕਮ ਹੋਇਆ ਹੈ। ਫਿਰ ਬਾਬਾ ਜੀ ਨੇ ਆਪ ਜੀ ਨੂੰ ਕੀਰਤਨ ਸਰਵਣ ਕਰਾਵਣਾ ਹੈ। ਪਿਆਰ ਦੇ ਨਾਲ ਦੋਵੇਂ ਹੱਥ ਜੋੜ ਕੇ ਅਦਬ ਸਹਿਤ ਸਿਰ ਝੁਕਾ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਦਿਨ ਆਪਾਂ ਮਨਾ ਰਹੇ ਹਾਂ, ਇੱਕੋ ਘਟਾ ਦਿਓ, ਜਿਹੜਾ ਦਿਨ ਅਸੀਂ ਮਨਾ ਰਹੇ ਹਾਂ ਇਹ ਫਤਿਹ ਵਾਲਾ ਹੀ ਦਿਨ ਹੈ।
ਪੰਜ ਚੂਲੇ ਮੁਖ ਵਿੱਚ ਤਾਂ ਫਤਿਹ ਬੁਲਾਈ ਪੰਜਾਂ ਪਿਆਰਿਆਂ ਨੇ। ਛਕਣ ਵਾਲਾ ਵੀ ਜਵਾਬ ਦਿੰਦਾ ਹੈ, ਪੰਜ ਚੂਲੇ ਨੇਤਰਾਂ ਵਿੱਚ ਪਾਏ ਜਾਂਦੇ ਆ ਤੇ ਪੰਜ ਚੂਲੇ ਕੇਸਾਂ ਦੇ ਵਿੱਚ ਪਾਏ ਜਾਂਦੇ ਆ। ਹਰ ਵਾਰ ਫਤਿਹ ਬੁਲਾਈ ਜਾਂਦੀ ਹੈ। ਫਤਿਹ ਵਾਲਾ ਦਿਹਾੜਾ ਹੈ, ਉਹ ਅਸੀਂ ਮਨਾ ਰਹੇ ਹਾਂ। ਪਿਆਰ ਨਾਲ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਸਾਖੀ ਦਾ ਜਿਹੜਾ ਸੰਬੰਧ ਹੈ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਤੋਂ ਹੀ ਸਿੱਖ ਪੰਥ ਵਿੱਚ ਹੈ। ਪੰਥ ਵੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਚਲਾਇਆ ਸੀ। ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਪੰਥ ਵੀ ਸੱਚੇ ਪਾਤਸ਼ਾਹ ਜੀ ਨੇ ਚਲਾਇਆ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਸ ਪੰਥ ਨੂੰ ਹੋਰ ਚੜ੍ਹਦੀ ਕਲਾ ਜਿਹੜੀ ਆ ਉਹ ਬਖਸ਼ਿਸ਼ ਕੀਤੀ ਹੈ। ਉਹਦਾ ਨਾਮ ਹੀ ਬਦਲਿਆ, ਨਾਮ ਵੀ ਨਹੀਂ ਬਦਲਿਆ, ਅੱਖਰ ਹੀ ਬਦਲੇ ਹੈ। ਨਿਰਮਲ ਤੇ ਖਾਲਸ ਇੱਕੋ ਹੀ ਅਰਥ ਹੈ ਦੋਵਾਂ ਦਾ। ਨਿਰਮਲ ਦਾ ਕੀ ਅਰਥ ਹੈ? ਜਿਹਦੇ ਵਿੱਚ ਮੈਲ ਨਾ ਹੋਵੇ, ਸਾਫ਼ ਹੋਵੇ, ਸੁਥਰਾ ਹੋਵੇ, ਉਹਨੂੰ ਨਿਰਮਲ ਕਹਿੰਦੇ ਆ। ਖਾਲਸਾ ਕਿਹਨੂੰ ਕਹਿੰਦੇ ਆ? ਜਿਹੜਾ ਸ਼ੁੱਧ ਹੋਵੇ। ਬਹੁਤਾ ਫਰਕ ਨਹੀਂ ਹੈ, ਅੱਖਰਾਂ ਦਾ ਫਰਕ ਹੈ। ਸੋ ਜਿਹੜੀ ਦਾਸ ਬੇਨਤੀ ਕਰ ਰਿਹਾ ਸੀ, ਵੈਸਾਖੀ ਦਾ ਸੰਬੰਧ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਤੋਂ ਗੁਰੂ ਘਰ ਵਿੱਚ ਹੈ। ਭਾਈ ਗੁਰਦਾਸ ਜੀ ਨੇ ਜਦੋਂ ਵਾਰਾਂ ਲਿਖੀਆਂ ਨੇ, ਗੁਰੂ ਨਾਨਕ ਸਾਹਿਬ ਜੀ ਦੀ ਸਿਫਤ ਕੀਤੀ ਹੈ, ਉਹਦੇ ਵਿੱਚ ਦੱਸਿਆ, ਹੋਵੇ ਕੀਰਤਨ ਸਦਾ ਵਸੋਆ। ਵਸੋਆ ਨਾਮ ਵਿਸਾਖੀ ਦਾ ਹੈ। ਜਿੱਥੇ ਕੀਰਤਨ ਹੋਵੇ ਉੱਥੇ ਸਦਾ ਵੈਸਾਖੀ ਹੈ। ਪਹਿਲਾਂ ਇਸ ਗੱਲ ਨੂੰ ਸਮਝਣ ਦਾ ਯਤਨ ਕਰਿਓ। ਗੁਰੂ ਨਾਨਕ ਸਾਹਿਬ ਜੀ ਨੇ ਤੁਖਾਰੀ ਰਾਗ ਵਿੱਚ 12ਵਾਂ ਬਾਣੀ ਉਚਾਰਨ ਕੀਤੀ ਹੈ। ਵੈਸੇ 3 12ਵਾਂ ਨੇ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਵੀ 12ਵਾਂ ਦੀ ਬਾਣੀ ਉਚਾਰੀ ਹੈ। ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਵੀ ਉਚਾਰੀ ਹੈ। 10ਵੇਂ ਪਾਤਸ਼ਾਹ ਨੇ ਵੀ 12ਵਾਂ ਦੀ ਬਾਣੀ ਉਚਾਰਨ ਕੀਤੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਵੈਸਾਖ ਦਾ ਜ਼ਿਕਰ ਕੀਤਾ, ਵੈਸਾਖ ਭਲਾ ਸਾਖਾ ਵੇਸ ਕਰੇ, ਇਸ ਮੁੱਖ ਵਾਕ ਦੀ ਸੰਪੂਰਨਤਾ ਕੀਤੀ ਨਾਨਕ। ਵੈਸਾਖੀ ਪ੍ਰਭ ਭਾਵੈ ਸ਼ਬਦ ਸੁਰਤ ਮਨ ਮਾਨਾ। ਵੈਸਾਖੀ ਕਿੱਥੇ ਹੈ? ਗੁਰਮੁਖ ਦੀ ਸਦਾ ਹੀ ਵੈਸਾਖੀ ਹੈ। ਗੁਰਮੁਖ ਵਾਸਤੇ ਸਦਾ ਹੀ ਵੈਸਾਖ ਦਾ ਮਹੀਨਾ ਹੈ। ਕਿਉਂ? ਉੱਥੇ ਜਿਹੜੀ ਸੁਰਤ ਹੈ, ਜਿਸ ਗੁਰਮੁਖ ਦੀ ਸੁਰਤ ਸ਼ਬਦ ਦੇ ਵਿੱਚ ਹਰ ਸਮੇਂ ਲੀਨ ਰਹਿੰਦੀ ਹੈ, ਉਹਦੇ ਵਾਸਤੇ ਵੈਸਾਖੀ ਹੈ। ਗੁਰਮੁਖਾਂ ਵਾਸਤੇ ਸਦਾ ਵੈਸਾਖੀ ਹੈ। ਵੈਸਾਖ ਦਾ ਅਰਥ ਖੇੜਾ ਵੀ ਕੀਤਾ ਗਿਆ ਹੈ। ਤੇ ਗੁਰੂ ਨਾਨਕ ਸਾਹਿਬ ਜਪਜੀ ਸਾਹਿਬ 'ਚ ਕਿਰਪਾ ਕਰਦੇ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਵੈਸਾਖੀ ਦਾ ਸੰਬੰਧ ਬਾਹਰ ਦੀ ਬਨਸਪਤੀ ਨਾਲ ਵੀ ਹੈ, ਕੁਦਰਤ ਨਾਲ ਵੀ ਹੈ, ਤੇ ਵੈਸਾਖੀ ਦਾ ਸੰਬੰਧ ਜੀਵ ਨਾਲ ਵੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਵੈਸਾਖੀ ਦਾ ਜ਼ਿਕਰ ਕੀਤਾ। ਗੁਰੂ ਅਮਰਦਾਸ ਜੀ ਨੇ ਬਹੁਤ ਕਿਰਪਾ ਕਰ ਦਿੱਤੀ ਸਾਡੇ ਤੇ। ਉਹ ਕਿਵੇਂ? ਮਹਾਰਾਜ ਗੋਇੰਦਵਾਲ ਸਾਹਿਬ ਸੱਜੇ ਨੇ ਸ੍ਰੀ ਗੁਰੂ ਅਮਰਦਾਸ ਸਾਹਿਬ, ਤੇ ਗੁਰੂ ਅਮਰਦਾਸ ਜੀ ਦੇ ਹਜ਼ੂਰੀ ਸਿੱਖ ਨੇ ਭਾਈ ਬੱਲੂ ਜੀ। ਕਈ ਭਾਈ ਬੱਲੂ ਜੀ ਦਾ ਜ਼ਿਕਰ ਕਰਦੇ ਆ, ਪਰ ਜਿਹੜੀ ਬੇਨਤੀ ਕਰਨ ਲੱਗਾ, ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਭਾਈ ਪਾਰੋ ਜੀ ਦਾ ਜ਼ਿਕਰ ਕੀਤਾ। ਭਾਈ ਪਾਰੋ ਜੀ ਨੇ ਗੁਰੂ ਅਮਰਦਾਸ ਜੀ ਨੂੰ ਬੇਨਤੀ ਕੀਤੀ ਸੀ, ਸੱਚੇ ਪਾਤਸ਼ਾਹ ਮਹਾਰਾਜ ਕੋਈ ਇੱਕ ਐਸਾ ਦਿਨ ਹੋਵੇ ਜਦੋਂ ਸਾਰੀ ਸੰਗਤ ਇਕੱਠੀ ਹੋਇਆ ਕਰੇ,
ਦੇਸ਼ਾਂ ਵਿਦੇਸ਼ਾਂ ਵਿੱਚੋਂ ਸੰਗਤ ਆਵੇ। ਕਿਉਂ? ਸੰਗਤ ਇੱਕ ਦੂਜੇ ਨੂੰ ਮਿਲਦੀ ਨਹੀਂ ਹੈ ਮਹਾਰਾਜ। ਇੱਕ ਪਿੰਡ ਦੀ ਸੰਗਤ ਆਉਂਦੀ ਹੈ, ਦੂਜੇ ਦਿਨ ਦੂਜੇ ਦੀ ਆਉਂਦੀ ਹੈ ਮਹਾਰਾਜ। ਸੰਗਤ ਇਕੱਠੀ ਨਹੀਂ ਹੁੰਦੀ। ਕੋਈ ਐਸਾ ਦਿਨ ਮੁਕਰਰ ਕੀਤਾ ਜਾਵੇ ਸਾਰੀ ਸੰਗਤ ਇੱਕ ਦਿਨ ਇਕੱਠੀ ਹੋਵੇ। ਤੇ ਫਿਰ ਗੁਰੂ ਅਮਰਦਾਸ ਜੀ ਨੇ ਵਿਸਾਖੀ ਵਾਲਾ ਦਿਨ ਨਿਯਤ ਕੀਤਾ ਸੀ। ਗੋਇੰਦਵਾਲ ਸਾਹਿਬ ਜੀ ਦੀ ਧਰਤੀ ਤੋਂ ਹੁਕਮਨਾਮੇ ਲਿਖੇ ਗਏ ਸਨ ਵੀ ਵਿਸਾਖੀ ਵਾਲੇ ਦਿਨ ਸਾਰੀਆਂ ਸੰਗਤਾਂ ਪਹੁੰਚੋ। ਜਦੋਂ ਗੋਇੰਦਵਾਲ ਸਾਹਿਬ ਵਿਸਾਖੀ ਮਨਾਈ ਗਈ ਹੈ, ਕਵਿਰਾਜ ਨੇ ਪ੍ਰਸੰਗ ਲਿਖਿਆ ਵਿਸਾਖੀ ਮਨਾਉਣ ਦਾ। ਕਹਿੰਦੇ ਚਾਰੇ ਪਾਸਿਓਂ ਸੰਗਤਾਂ ਹੀ ਸੰਗਤਾਂ ਨਜ਼ਰ ਆਉਂਦੀਆਂ ਸਨ। ਇੰਨੀ ਜ਼ਿਆਦਾ ਸੰਗਤ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਵਿਸਾਖੀ ਤੇ ਪਹੁੰਚੀ ਸੀ। ਗੁਰੂ ਅਮਰਦਾਸ ਜੀ ਨੇ ਹੁਕਮ ਹੀ ਲਾਗੂ ਕਰ ਦਿੱਤਾ ਵੀ ਵਿਸਾਖੀ ਵਾਲੇ ਦਿਨ ਹਰ ਵਿਸਾਖੀ ਨੂੰ, ਇੱਕ ਵਿਸਾਖ ਨੂੰ ਸੰਗਤਾਂ ਗੁਰੂ ਘਰ ਵਿੱਚ ਇਕੱਠੀਆਂ ਹੋਇਆ ਕਰਨਗੀਆਂ। ਉਦੋਂ ਤੋਂ ਵਿਸਾਖੀ ਜ਼ਿਆਦਾ ਪ੍ਰਚਲਿਤ ਹੋ ਗਈ। ਦੂਜਾ ਪਿਆਰਿਓ, ਅਸੀਂ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ ਰਹਿਣ ਵਾਲੇ ਹਾਂ। ਅੰਮ੍ਰਿਤਸਰ ਦੇ ਵਿੱਚ ਵਿਸਾਖੀ ਦਾ ਖਾਸ ਮਹੱਤਮ ਹੈ। ਵੈਸੇ ਤੇ ਸਾਰੇ ਪੰਥ 'ਚ ਹੀ ਹੈ। ਬੀਬੀ ਰਜਨੀ ਜੀ ਦਾ ਕੋੜੀ ਪਤੀ ਜਿਸ ਦਿਨ ਇਸ਼ਨਾਨ ਕਰਕੇ ਰਾਜੀ ਖੁਸ਼ੀ ਹੋਇਆ ਸੀਗਾ, ਉਹਦਾ ਕੋੜ ਦੂਰ ਹੋਇਆ ਸੀਗਾ, ਉਹ ਦਿਨ ਵੀ ਵਿਸਾਖੀ ਵਾਲਾ ਹੀ ਸੀ। ਸੰਤੋਖਸਰ ਸਾਹਿਬ ਜੀ ਦੇ ਸਰੋਵਰ ਦੀ ਖੁਦਵਾਈ ਹੋ ਰਹੀ ਸੀ। ਗੁਰੂ ਅਰਜਨ ਦੇਵ ਮਹਾਰਾਜ ਉੱਥੇ ਸਨ ਤੇ ਬੀਬੀ ਰਜਨੀ ਜੀ ਆਪਣੇ ਪਤੀ ਨੂੰ ਉੱਥੇ ਬਿਠਾ ਕੇ ਤੁੰਗਾ ਪਿੰਡ 'ਚ ਪ੍ਰਸ਼ਾਦਾ ਮੰਗਣ ਗਏ ਸਨ। 4 ਪਿੰਡ ਅੰਮ੍ਰਿਤਸਰ ਦੇ ਜਿਹੜੇ ਨੇ ਉਹ ਪੁਰਾਤਨ ਨੇ। ਤੁੰਗ ਪਿੰਡ, ਗਿਲਵਾਲੀ, ਸੁਲਤਾਨਵਿੰਡ ਤੇ ਚੌਥਾ ਜਿੱਥੇ ਤੁਸੀਂ ਬੈਠੇ ਹੋ ਗੁਮਟਾਲਾ। ਇਹ ਜਿਹੜੇ 4 ਪਿੰਡ ਨੇ ਇਹ ਪੁਰਾਣੇ ਨੇ। ਅੰਮ੍ਰਿਤਸਰ ਸ਼ਹਿਰ ਬਣਨ ਤੋਂ ਵੀ ਪਹਿਲਾਂ ਦੇ ਨੇ। ਅੰਮ੍ਰਿਤਸਰ ਸ਼ਹਿਰ ਬਣਨ ਤੋਂ ਪਹਿਲਾਂ ਦੇ ਨੇ। ਤੁੰਗਾਂ ਦੇ ਵਿੱਚ ਬੀਬੀ ਰਜਨੀ ਜੀ ਪ੍ਰਸ਼ਾਦਾ ਮੰਗਣ ਗਏ ਸਨ। ਜਦੋਂ ਨੂੰ ਆਏ, ਕੋੜੀ ਪਤੀ ਕੋੜੀ ਨਹੀਂ ਰਿਹਾ, ਉਹਦਾ ਕੋੜ ਠੀਕ ਹੋ ਗਿਆ। ਬੀਬੀ ਰਜਨੀ ਜੀ ਜੱਤ ਸੱਤ ਦੇ ਪੱਕੇ ਆ। ਉਹ ਕਹਿੰਦੇ ਤੂੰ ਮੇਰਾ ਪਤੀ ਨਹੀਂ, ਕਿਉਂਕਿ ਕਾਇਆ ਹੀ ਕਲਪ ਗਈ ਸੀ ਇਸ਼ਨਾਨ ਕਰਕੇ। ਸਰੀਰ ਹੀ ਬਦਲ ਗਿਆ ਸੀ, ਨੁਹਾਰ ਬਦਲ ਗਈ ਸੀ। ਗੱਲ ਗੁਰੂ ਅਰਜਨ ਦੇਵ ਮਹਾਰਾਜ ਜੀ ਕੋਲ ਪਹੁੰਚੀ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਦੋਵਾਂ ਜੀਆਂ ਨੂੰ ਕਿਹਾ ਵੀ ਸਾਨੂੰ ਉਸ ਜਗ੍ਹਾ ਤੇ ਲੈ ਕੇ ਚੱਲੋ। ਜਦੋਂ ਦੋਵੇਂ ਜੀ ਗੁਰੂ ਅਰਜਨ ਦੇਵ ਮਹਾਰਾਜ ਨਾਲ ਉਸ ਜਗ੍ਹਾ ਤੇ ਪਹੁੰਚੇ, ਵਿਸਾਖੀ ਵਾਲਾ ਦਿਨ ਸੀ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਇਹ ਉਹ ਸਰੋਵਰ ਹੈ ਜਿਹਨੂੰ ਗੁਰੂ ਰਾਮਦਾਸ ਜੀ ਆਰੰਭ ਕਰਾ ਕੇ ਗਏ ਸਨ। ਪ੍ਰਗਟ ਕਰਨਾ ਸੀਗਾ, ਪਰਮੇਸ਼ਰ ਨੇ ਪ੍ਰਗਟ ਤੁਹਾਡੇ ਬਹਾਨੇ ਕੀਤਾ ਹੈ। ਕਹਿਣ ਲੱਗੇ ਆਹ ਜਿਹੜਾ ਵਿਸਾਖੀ ਵਾਲਾ ਦਿਨ ਹੈ, ਵਿਸਾਖੀ ਵਾਲੇ ਦਿਨ ਹਰਿਮੰਦਰ ਸਾਹਿਬ ਦਾ ਸਰੋਵਰ ਜਿਹੜਾ ਸੀ ਉਹ ਪ੍ਰਗਟ ਹੋਇਆ ਸੀ। ਜਦੋਂ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਰੋਵਰ ਦੀ ਖੁਦਵਾਈ ਕਰਵਾਈ, ਹਰਿਮੰਦਰ ਸਾਹਿਬ ਜੀ ਤਿਆਰ ਹੋਏ ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਲ ਵਿੱਚ 2 ਦਿਨ ਐਸੇ ਦੱਸੇ ਜਿਸ ਦਿਨ ਹਰਿਮੰਦਰ ਸਾਹਿਬ ਵਿੱਚ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਸਭ ਕੁਝ ਮਿਲਦਾ ਹੈ। 2 ਦਿਨ ਕਿਹੜੇ ਆ? ਇੱਕ ਵਿਸਾਖੀ ਦਾ ਇਸ਼ਨਾਨ ਤੇ ਇੱਕ ਦੀਵਾਲੀ ਦਾ ਇਸ਼ਨਾਨ। ਇਹ 2 ਦਿਨ ਜਿਹੜੇ ਸਨ ਮਹਾਰਾਜ ਨੇ ਖਾਸ ਮੁਕਰਰ ਕੀਤੇ ਸਨ। ਸਿੱਖ ਕਿਤੇ ਵੀ ਹੁੰਦੇ ਸੀਗੇ, ਵਿਸਾਖੀ ਤੇ ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਜ਼ਰੂਰ ਇਸ਼ਨਾਨ ਕਰਦੇ ਸਨ। ਧਰਤੀ ਦੇ ਜਿੰਨੇ ਤੀਰਥ ਨੇ
ਕੁਝ ਗੱਲਾਂ ਸੰਗਤ ਜੀ ਸਾਡੀ ਸਮਝ 'ਚ ਨਹੀਂ ਆਉਂਦੀਆਂ। ਅਸੀਂ ਕਵਾਂਗੇ ਕਿਵੇਂ ਹੋ ਸਕਦਾ ਹੈ, ਪਰ ਧਰਤੀ ਦੇ ਜਿੰਨੇ ਤੀਰਥ ਨੇ, ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਨੇ, ਭਾਰਤ ਵਰਸ਼ ਦੀ ਧਰਤੀ ਤੇ ਜਿੰਨੇ ਤੀਰਥ ਨੇ, ਉਹ ਸਾਰੇ ਤੀਰਥ ਵੈਸਾਖੀ ਤੇ ਦੀਵਾਲੀ ਨੂੰ ਹਰਿਮੰਦਰ ਸਾਹਿਬ 'ਚ ਆ ਕੇ ਇਸ਼ਨਾਨ ਕਰਦੇ ਆ। ਤੁਸੀਂ ਕਹੋਗੇ ਤੀਰਥ ਕਿਵੇਂ ਆ ਜਾਂਦੇ ਆ? ਸਭ ਕੁਝ ਹੀ ਹੋ ਜਾਂਦਾ ਹੈ, ਸਭ ਕੁਝ ਹੀ। ਸੰਤ ਗੁਰਬਚਨ ਸਿੰਘ ਜੀ ਨੇ ਇੱਕ ਕਥਾ ਕੀਤੀ ਸੀ ਕਿ ਭੂਰੇ ਕੋਨੇ ਪਿੰਡ ਵਿੱਚ ਮਹਾਂਪੁਰਖ ਗਏ ਸਨ, ਖੇਮ ਕਰਨ ਲੱਗ ਗਏ। ਪਿੰਡ ਦਾ ਨਾਮ ਸ਼ਾਇਦ ਮੈਂ ਵਿਸਰ ਗਿਆ ਹੋਵਾਂ। ਉੱਥੇ ਜੱਥਾ ਗਿਆ, ਖੂਹੀ ਸੀ ਤੇ ਖੂਹੀ ਚੋਂ ਜਲ ਕੱਢ ਕੇ ਛਕਦੇ ਹੁੰਦੇ ਸੀਗੇ। ਤੇ ਖੂਹੀ ਨੇ ਪਾਣੀ ਕਿੰਨਾ ਕੁ ਦੇਣਾ ਸੀ, ਟਾਈਮ ਲੱਗਦਾ ਸੀ, ਡੂੰਘੀ ਸੀ। ਮਹਾਂਪੁਰਖਾਂ ਨੇ ਵਿਚਾਰ ਬਣਾਈ ਵੀ ਨਲਕਾ ਲਾ ਲਈਏ। ਨਲਕੇ ਵਾਸਤੇ ਸਾਰਾ ਸਮਾਨ ਲਿਆਂਦਾ ਤੇ ਦਿਨੇ ਨਲਕਾ ਲਾਉਣਾ ਸੀ, ਰਾਤ ਸਾਰੇ ਆਰਾਮ ਕਰਨ ਦੇ। ਦਿਨੇ ਮਹਾਂਪੁਰਖ ਕਹਿੰਦੇ ਨਲਕਾ ਨਹੀਂ ਲਾਉਣਾ। ਮਹਾਂਪੁਰਖੋ ਸਮਾਨ ਆ ਗਿਆ, ਕਹਿੰਦੇ ਸਮਾਨ ਜਿਹੜਾ ਹੈ ਨਾ ਵਾਪਸ ਘਰ ਆਓ ਸਾਰਾ ਦੁਕਾਨ ਤੇ। ਖੇਮ ਕਰਨ ਦੁਕਾਨ ਹੁੰਦੀ ਸੀ, ਉੱਥੇ ਜਾ ਕੇ ਵਾਪਸ ਕਰਨਾ ਸੀ। ਉਹ ਮਹਾਂਪੁਰਖ ਕਹਿਣ ਲੱਗੇ ਵੀ ਰਾਤ ਖੂਹੀ ਆਈ ਸੀ ਸੁਪਨੇ 'ਚ ਸਾਡੇ ਕੋਲ। ਖੂਹੀ ਕਹਿੰਦੀ ਸੀ ਸੰਤਾਂ ਦਾ ਕੰਮ ਵਸਾਉਣਾ ਹੁੰਦਾ ਕਿ ਉਜਾੜਨਾ ਹੁੰਦਾ। ਤੁਸੀਂ ਨਲਕਾ ਬਣਾ ਦੋਗੇ ਤੇ ਮੇਰੇ ਕੋਲੋਂ ਫਿਰ ਕੌਣ ਆਏਗਾ? ਅਜੇ ਤੇ ਮੈਂ ਸੇਵਾ ਕਰਦੀ ਹਾਂ, ਮੇਰੀ ਤੇ ਸੇਵਾ ਖੋਹ ਲਈ ਨਾ ਤੁਸੀਂ। ਖੂਹੀ ਕਹਿੰਦੀ ਵੀ ਤੁਸੀਂ ਮੈਨੂੰ ਉਜਾੜ ਕੇ ਚੱਲੇ ਹੋ। ਸੰਤਾਂ ਦਾ ਕੰਮ ਉਜਾੜਨਾ ਨਹੀਂ ਹੁੰਦਾ, ਸੰਤ ਤੇ ਵਸਾਉਂਦੇ ਨੇ। ਗੱਜ ਕੇ ਆਖੋ ਵਾਹਿਗੁਰੂ। ਸੰਤ ਕਹਿੰਦੇ ਭਾਈ ਰਾਤ ਖੂਹੀ ਆਈ ਸੀ, ਇਸ ਕਰਕੇ ਆਪਾਂ ਖੂਹੀ ਨੂੰ ਉਜਾੜਨਾ ਨਹੀਂ। ਅੱਜ ਵੀ ਉਹ ਖੂਹੀ ਹੈ ਉੱਥੇ। ਸਭ ਕੁਝ ਹੀ ਹੋ ਜਾਂਦਾ ਹੈ, ਸਭ ਕੁਝ ਹੋ ਜਾਂਦਾ ਹੈ। ਕਰਤੇ ਦੀ ਕੁਦਰਤ ਹੈ, ਸਾਡੀ ਪਹੁੰਚ ਨਹੀਂ ਹੈ। ਸਾਨੂੰ ਤੇ ਬੰਦਿਆਂ ਦੀਆਂ ਗੱਲਾਂ ਨਹੀਂ ਸਮਝ ਆਉਂਦੀਆਂ, ਬਾਕੀ ਦੀਆਂ ਕਿੱਥੋਂ ਆਉਣਗੀਆਂ। ਮਹਾਰਾਜ ਨੇ ਬਚਨ ਕੀਤਾ ਸੀ ਗੁਰੂ ਅਰਜਨ ਸਾਹਿਬ ਨੇ, ਵਿਸਾਖੀ ਵਾਲੇ ਦਿਨ, ਦੀਵਾਲੀ ਵਾਲੇ ਦਿਨ ਸਾਰੇ ਤੀਰਥ ਜਿਹੜੇ ਆ ਉਹ ਹਰਿਮੰਦਰ ਸਾਹਿਬ ਆ ਕੇ ਹਾਜ਼ਰੀ ਲਵਾਉਂਦੇ ਆ। ਇਸ ਕਰਕੇ ਸਿੱਖੋ ਆ ਕੇ ਇਸ਼ਨਾਨ ਕਰਨਾ। ਫਿਰ ਸਤਿਗੁਰੂ ਜੀ ਜਿੱਥੇ ਜਿੱਥੇ ਜਾਂਦੇ ਸਰੀਰ ਕਰਕੇ, ਸੰਗਤਾਂ ਵਿਸਾਖੀ ਵਾਲੇ ਦਿਨ ਉੱਥੇ ਉੱਥੇ ਪਹੁੰਚ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਿਆ ਕਰਦੀਆਂ। ਜੇ ਗੁਰੂ ਹਰਿਰਾਏ ਸਾਹਿਬ ਕੀਰਤਪੁਰ ਸਾਹਿਬ ਹੈ, ਕੀਰਤਪੁਰ ਸਾਹਿਬ ਵਿਸਾਖੀ ਮਨਾਈ ਗਈ, ਵੱਡੇ ਪੱਧਰ ਤੇ ਮਨਾਈ ਗਈ। ਜੇ ਗੁਰੂ ਤੇਗ ਬਹਾਦਰ ਸਾਹਿਬ ਬਾਬਾ ਬਕਾਲਾ ਸਾਹਿਬ ਹੈ ਤੇ ਬਾਬਾ ਬਕਾਲਾ ਸਾਹਿਬ ਸੰਗਤਾਂ ਵਿਸਾਖੀ ਤੇ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਪਹੁੰਚਦੀਆਂ। ਤੇ ਫਿਰ ਵਿਸਾਖੀ ਨੂੰ ਨਵਾਂ ਰੂਪ ਮਿਲਿਆ ਖਾਲਸਾ ਸਾਜਨਾ ਦਾ। ਧੰਨ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਜੀ ਨੇ ਮਿਹਰ ਕੀਤੀ। ਇਤਿਹਾਸ ਤੁਹਾਨੂੰ ਪਤਾ ਹੈ, ਬੜੀ ਵਾਰੀ ਤੁਸੀਂ ਇਤਿਹਾਸ ਸੁਣਿਆ ਹੈ। ਮੈਂ ਦਾਸ ਇੱਕ ਚਸ਼ਮਦੀਦ ਗਵਾਹ ਦੀ ਗੱਲ ਕਹਿ ਕੇ ਤੇ ਫਿਰ ਅੱਗੇ ਤੁਰਾਂਗਾ। ਸੁਣੀ ਸੁਣਾਈ ਗੱਲ ਹੋਰ ਹੁੰਦੀ ਹੈ, ਜਿਹਨੇ ਅੱਖੀਂ ਵੇਖੀ ਗੱਲ ਹੈ ਉਹ ਹੋਰ ਹੁੰਦੀ ਹੈ। ਅਲੀਗੜ੍ਹ ਦੀ ਯੂਨੀਵਰਸਿਟੀ ਤੋਂ, ਜਿੱਥੇ ਔਰੰਗਜ਼ੇਬ ਦਾ ਗੜ੍ਹ ਸੀਗਾ, ਉਸ ਯੂਨੀਵਰਸਿਟੀ ਦੇ ਸਾਹਿਤ ਵਿੱਚੋਂ ਇੱਕ ਰਿਪੋਰਟ ਮਿਲੀ ਸੀਗੀ, ਜਿਸ ਰਿਪੋਰਟ ਦਾ ਨਾਮ ਰੱਖਿਆ ਗਿਆ ਆਖਰੀ ਰਿਪੋਰਟ। ਸੁਣਨ ਦੇ ਨਾਲ, ਪੜ੍ਹਨ ਦੇ ਨਾਲ ਬੜੀ ਭਾਵਨਾ ਮਨ 'ਚ ਪੈਦਾ ਹੁੰਦੀ ਹੈ। ਉਹ ਆਖਰੀ ਰਿਪੋਰਟ ਕਿਹਦੀ ਹੈ? ਉਹ ਆਖਰੀ ਰਿਪੋਰਟ ਜਿਹੜੀ ਹੈ ਵਿਸਾਖੀ ਵਾਲੇ ਦਿਨ ਦੀ ਹੈ। ਲਿਖਦਾ ਕੌਣ ਹੈ? ਅਬੂ ਅਲ ਤਰਾਨੀ ਨਾਮ ਹੈ ਉਹਦਾ। ਔਰੰਗਜ਼ੇਬ ਦਾ ਸੂਈਆ ਹੈ ਮੁਸਲਮਾਨ। ਬ੍ਰਾਹਮਣ ਦਾ ਭੇਖ ਬਣਾ ਕੇ, ਧੋਤੀ ਬੰਨ੍ਹ ਕੇ, ਬ੍ਰਾਹਮਣ ਬਣ ਕੇ ਆਨੰਦਪੁਰ ਸਾਹਿਬ ਵਿਚਰਦਾ ਹੁੰਦਾ ਸੀਗਾ। ਜੋ ਉਹਨੇ ਵੇਖਣਾ, ਬਾਦਸ਼ਾਹ ਨੂੰ ਚਿੱਠੀ ਲਿਖਣੀ ਵੀ ਅੱਜ ਆਨੰਦਪੁਰ ਵਿੱਚ ਆਹ ਹੋਇਆ, ਅੱਜ ਇਹ ਹੋਇਆ, ਅੱਜ ਇਹ ਹੋਇਆ। ਅਬੂ ਅਲ ਤਰਾਨੀ ਨੇ ਚਿੱਠੀ ਲਿਖੀ ਵਿਸਾਖੀ ਵਾਲੇ ਦਿਨ ਦੀ।
ਕਹਿੰਦਾ ਬਾਦਸ਼ਾਹ ਤੇਰੇ 4 ਤਖਤ ਨੇ, ਇੱਕ ਦਿੱਲੀ ਦਾ ਸੀ, ਇੱਕ ਲਾਹੌਰ ਦਾ ਸੀ, ਇੱਕ ਆਗਰੇ ਦਾ ਸੀ, ਇੱਕ ਕਲਾਨੌਰ ਦਾ ਸੀ। ਤੇਰੇ 4 ਤਖਤ ਨੇ। ਕਹਿੰਦਾ ਮੈਂ ਅੱਜ ਗੁਰੂ ਦੇ ਤਖਤ ਦੇ ਦਰਸ਼ਨ ਕੀਤੇ, ਤੇਰੇ 4 ਤਖਤ ਗੁਰੂ ਦੇ ਤਖਤ ਅੱਗੇ ਫਿੱਕੇ ਪੈ ਗਏ। ਕਹਿਣ ਲੱਗਾ ਉਹਦਾ ਬੰਦਾ ਲਿਖ ਰਿਹਾ, ਬਾਦਸ਼ਾਹ ਦਾ, ਗੁਰੂ ਸਾਹਿਬ ਦੇ ਤਖਤ ਅੱਗੇ 4 ਫਿੱਕੇ ਪੈ ਗਏ। ਕਹਿੰਦਾ ਇਹ ਚਿੱਠੀ ਮੇਰੀ ਆਖਰੀ ਹੋਏਗੀ, ਇਹਦੇ ਤੋਂ ਬਾਅਦ ਮੈਂ ਚਿੱਠੀ ਨਹੀਂ ਲਿਖਾਂਗਾ। ਕੀ ਲਿਖਦਾ ਹੈ? 80,000 ਦਾ ਇਕੱਠ ਲਿਖਿਆ। ਕਹਿੰਦਾ ਉਸ ਦਿਨ 80,000 ਆਏ। ਅੰਦਾਜ਼ਾ ਲਾਓ 80,000 ਦੇ ਬੈਠਣ ਦਾ ਪ੍ਰਬੰਧ ਜਿਹੜਾ ਕਿੰਨਾ ਵੱਡਾ ਪੰਡਾਲ ਹੋਏਗਾ। ਤੇ 80,000 ਚੋਂ ਇੱਕ ਇਹ ਵੀ ਸੀ। ਕਹਿੰਦਾ ਮੈਂ ਅੱਗੇ ਬੈਠਾ ਸਾਂ, ਅੱਗੇ ਬੈਠਾ ਸਾਂ ਵੀ ਜੋ ਮੈਂ ਸੁਣਾਂਗਾ, ਵੇਖਾਂਗਾ, ਜੋ ਸੁਣਾਂਗਾ ਉਹ ਲਿਖ ਕੇ ਭੇਜਾਂਗਾ। ਸਪੀਕਰ ਨਹੀਂ ਸੀ ਹੁੰਦੇ ਵੀ ਇੰਨੀ ਦੂਰ ਦੂਰ ਤੱਕ ਪਤਾ ਲੱਗੇ। ਕੀਰਤਨ ਦਾ ਭੋਗ ਪਿਆ, ਸੰਪੂਰਨ ਹੋਇਆ ਕੀਰਤਨ। ਕਹਿੰਦਾ ਅੱਜ ਗੁਰੂ ਗੋਬਿੰਦ ਸਿੰਘ ਵੱਖਰੇ ਜਲਾਲ ਵਿੱਚ ਨੇ, ਚਿਹਰੇ ਤੇ ਨੂਰ ਵੱਖਰਾ ਹੈ। ਸੰਗਤ 'ਚ ਖਲੋ ਕੇ ਇੱਕ ਦਾ ਇਸ਼ਾਰਾ ਕੀਤਾ, ਮੁੱਖੋਂ ਕਿਹਾ ਇੱਕ ਸਿੱਖ ਦੇ ਸਿਰ ਦੀ ਲੋੜ ਹੈ। ਉਹ ਲਿਖਦਾ ਮੌਕੇ ਤੇ ਉੱਥੇ ਬੈਠਾ ਸੀਗਾ। ਕਹਿਣ ਲੱਗਾ ਕੁਝ ਸਮਾਂ ਤੇ ਸन्नाटा ਛਾ ਗਿਆ। ਫਿਰ ਇੱਕ ਨੌਜਵਾਨ ਉੱਠਿਆ, ਅਧਖੜ, ਉਹ ਅੱਗੇ ਹੋਇਆ। ਉਹਨੇ ਤੰਬੂ ਦੀ ਗੱਲ ਨਹੀਂ ਕੀਤੀ ਵੀ ਕੋਈ ਤੰਬੂ ਵੀ ਲੱਗਾ ਸੀ। ਕਹਿੰਦਾ ਸਾਰਿਆਂ ਦੇ ਵਿੱਚ ਤਲਵਾਰ ਚਲਾ ਕੇ ਗੁਰੂ ਨੇ ਉਹਦਾ ਸਿਰ ਵੱਖਰਾ ਕਰ ਦਿੱਤਾ। ਹੁਣ ਤੁਸੀਂ ਅੰਦਾਜ਼ਾ ਲਾਓ ਵੀ ਆਮ ਬੰਦੇ ਅੱਗੇ ਇਹ ਘਟਨਾ ਵਰਤੇ, ਵੈਸੇ ਕਈ ਦਿਨ ਅੱਖਾਂ ਅੱਗੇ ਉਹ ਸੀਨ ਹੀ ਰਹਿੰਦਾ, ਕਈ ਦਿਨ ਅੱਖਾਂ ਅੱਗੇ ਉਹ ਸੀਨ ਰਹਿ ਜਾਂਦਾ ਕਿਸੇ ਬੰਦੇ ਨਾਲ ਇੰਝ ਹੋਣਾ। ਕਹਿੰਦਾ ਇੱਥੇ ਨਹੀਂ ਗੱਲ ਮੁੱਕੀ, ਇੱਕ ਇਸ਼ਾਰਾ ਹੋਰ ਕੀਤਾ। ਹੁਣ ਜਿਹੜਾ ਸन्नाटा ਛਾਇਆ, ਤੁਸੀਂ ਅੰਦਾਜ਼ਾ ਲਾਓ, ਸਾਰਿਆਂ ਦੀਆਂ ਗੱਲਾਂ ਇੱਕ ਪਾਸੇ। ਇਹ ਅੰਦਾਜ਼ਾ ਲਾਓ ਵੀ ਉੱਥੇ ਜਿਹੜੇ ਸਿੱਖ ਬੈਠੇ ਆ ਉਹਨਾਂ ਨੂੰ ਪਤਾ ਹੈ ਵੀ ਜੇ ਸਾਡੇ 'ਚ ਕੋਈ ਇੱਕ ਅੱਗੇ ਚਲੇ ਗਿਆ ਧੌਣ ਵੱਢ ਦੇਣੀ ਹੈ। ਕੋਈ ਉੱਠਦਾ ਧੌਣ ਵਢਾਉਣ ਨੂੰ। ਉਹ ਕਹਿੰਦਾ ਇੱਕ ਹੋਰ ਆਇਆ, ਉਹਨੇ ਸਿਰ ਅੱਗੇ ਕੀਤਾ, ਮੇਰੇ ਸਾਹਮਣੇ ਦੀ ਗੱਲ ਹੈ। ਕਹਿੰਦਾ ਗੁਰੂ ਨੇ ਸਿਰ ਜੁਦਾ ਕਰ ਦਿੱਤਾ, ਵੱਖਰਾ ਕਰ ਦਿੱਤਾ। ਹੌਲੀ ਹੌਲੀ 5 ਆਏ, 5 ਦੇ ਸਿਰ ਵੱਖਰੇ। ਫਿਰ ਕੀ ਹੋਇਆ? ਕਹਿੰਦਾ ਗੁਰੂ ਨੇ ਉਹ ਜਿਵੇਂ ਲਿਖਦਾ ਬਿਨਾਂ ਕੁੰਡਿਆਂ ਵਾਲੀ ਕੜਾਈ ਲਈ ਹੈ। ਬਾਟੇ ਨੂੰ ਲਿਖਦਾ, ਕੜਾਈ ਵਰਗਾ ਹੁੰਦਾ, ਥੋੜਾ ਆਕਾਰ ਦਾ ਭਾਵੇਂ ਫਰਕ ਹੁੰਦਾ। ਉਹ ਲਿਖਦਾ, ਕਹਿੰਦਾ ਬਿਨਾਂ ਕੁੰਡਿਆਂ ਵਾਲੀ ਕੜਾਈ ਲਈ ਹੈ, ਉਹਦੇ 'ਚ ਜਲ ਪਾਇਆ, ਹੱਥ 'ਚ ਸ਼ਮਸ਼ੀਰ ਹੈ, ਖੰਡੇ ਨੂੰ ਸ਼ਮਸ਼ੀਰ ਲਿਖਦਾ। ਕਹਿੰਦਾ ਉਹ ਵਿੱਚ ਫੇਰਦੇ ਆ। ਗੁਰੂ ਦੀ ਇੱਕ ਪਤਨੀ ਆਈ ਹੈ, ਉਹਨੇ ਵਿੱਚ ਕੁਝ ਪਾਇਆ ਹੈ। ਗੁਰੂ ਨੇ ਉਸੇ ਤਰ੍ਹਾਂ ਹੀ ਕਹਿਣ ਲੱਗਾ, ਉਹ ਖੰਡਾ ਵਿੱਚ ਫੇਰਨਾ, ਸ਼ਮਸ਼ੀਰ ਫੇਰਨੀ ਜਾਰੀ ਰੱਖੀ। ਕੁਝ ਸਮਾਂ ਕਲਾਮ ਪੜ੍ਹੀ ਹੈ। ਕਲਾਮ ਪੜ੍ਹ ਕੇ ਸਿਰ ਕਿਸੇ ਦਾ ਤੇ ਧੜ ਕਿਸੇ ਦਾ ਇਸ ਤਰ੍ਹਾਂ ਮੇਲ ਬਣਾਇਆ ਹੈ ਜੋ ਉਹਨੇ ਵੇਖਿਆ। ਸਿਰ ਕਿਸੇ ਦਾ, ਧੜ ਕਿਸੇ ਦਾ ਹੈ, ਇਹ ਮੇਲ ਬਣਾਇਆ। ਤੇ ਉਹ ਜੋ ਤਿਆਰ ਹੋਇਆ ਉਹ ਸਾਧ ਸੰਗਤ ਉਹ ਲਿਖਦਾ ਹੈ। ਕਹਿੰਦਾ ਉਹ ਛਿੱਟਾ ਦਿੱਤਾ ਹੈ ਉਹਨਾਂ ਦੇ ਸਰੀਰਾਂ ਤੇ, ਉਹਨਾਂ ਦੀਆਂ ਧੌਣਾਂ ਦਾ ਤੇ ਸਰੀਰਾਂ ਦਾ ਮੇਲ ਹੋ ਗਿਆ, ਆਪਸ ਵਿੱਚ ਜੁੜ ਗਈਆਂ ਨੇ। ਫਿਰ ਕਹਿੰਦਾ ਮਰਿਆਂ ਦੇ ਮੂੰਹ ਦੇ ਵਿੱਚ ਗੁਰੂ ਨੇ ਜਦੋਂ ਅੰਮ੍ਰਿਤ ਪਾਇਆ, 5 ਬਾਦਸ਼ਾਹ ਮੈਂ ਵੇਖ ਕੇ ਹੈਰਾਨ ਹੋ ਗਿਆ। ਇਉਂ ਉੱਠ ਕੇ ਬਹਿ ਗਏ ਜਿਵੇਂ ਸੁੱਤਾ ਹੋਇਆ ਬੰਦਾ ਉੱਠ ਕੇ ਬਹਿੰਦਾ ਹੈ।
ਸਤਿਗੁਰ ਮੇਰਾ ਮਾਰ ਜੀਵਾਲੇ। ਜੀਵਾਲੇ ਤੋਂ ਪਹਿਲਾਂ ਮਾਰ ਵੀ ਹੈ ਨਾ, ਮਾਰ ਵੀ ਸਕਦਾ ਹੈ ਗੁਰੂ ਸਾਹਿਬ, ਮਾਰ ਵੀ ਸਕਦੇ ਆ ਤੇ ਜੀਵਾਲ ਵੀ ਸਕਦੇ ਆ, ਜਿਉਂਦੇ ਵੀ ਕਰ ਸਕਦੇ ਹਨ। ਕਹਿੰਦਾ ਬਾਅਦ ਵਿੱਚ ਉਹੋ ਹੀ ਅੰਮ੍ਰਿਤ ਗੁਰੂ ਜੀ ਨੇ ਛਕਿਆ। ਆਪਣੀ ਰਿਪੋਰਟ 'ਚ ਲਿਖਦਾ, ਬਾਦਸ਼ਾਹ ਮੇਰੇ ਕੋਲੋਂ ਵੀ ਰਿਹਾ ਨਹੀਂ ਗਿਆ, ਗੁਰੂ ਜੀ ਤੋਂ ਬਾਅਦ ਬਹੁਤ ਸੰਗਤਾਂ ਨੇ ਅੰਮ੍ਰਿਤ ਛਕਿਆ, ਮੇਰੇ ਕੋਲੋਂ ਰਿਹਾ ਨਹੀਂ ਗਿਆ, ਮੈਂ ਵੀ ਮਾਰੀ ਛਾਲ ਤੇ ਮੈਂ ਵੀ ਅੰਮ੍ਰਿਤ ਛਕਣ ਵਾਲਿਆਂ ਦੇ ਵਿੱਚ ਹੀ ਸ਼ਾਮਲ ਹੋ ਗਿਆ। ਉਹ ਮੁਸਲਮਾਨ ਲਿਖਦਾ, ਕਹਿੰਦਾ ਮੇਰੀ ਹੈਰਾਨੀ ਦੀ ਹੱਦ ਉਦੋਂ ਨਹੀਂ ਰਹੀ ਜਦੋਂ ਮੈਂ ਉਸ ਗੁਰੂ ਦੇ ਸਾਹਮਣੇ ਹੋਇਆ। ਮਹਾਰਾਜ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ, ਕਹਿੰਦਾ ਜਦੋਂ ਮੈਂ ਮਹਾਰਾਜ ਦੇ ਸਾਹਮਣੇ ਹੋਇਆ ਨਾ, ਮੇਰੀ ਹੈਰਾਨੀ ਦੀ ਹੱਦ ਨਹੀਂ ਰਹੀ। ਗੁਰੂ ਗੋਬਿੰਦ ਸਿੰਘ ਮੇਰੇ ਵੱਲ ਵੇਖ ਕੇ ਮੁਸਕਰਾਏ ਹੈ, ਮੁਸਕਰਾ ਕੇ ਕਹਿਣ ਲੱਗੇ ਕੋਈ ਚਿੱਠੀ ਹੋਰ ਲਿਖਣ ਵਾਲੀ ਤੇ ਨਹੀਂ ਰਹਿ ਗਈ। ਕਹਿੰਦਾ ਮੈਨੂੰ ਉਦੋਂ ਪਤਾ ਲੱਗਾ, ਮੈਂ ਸੋਚਦਾ ਸਾਂ ਮੈਂ ਚਲਾਕ ਹਾਂ, ਇੱਕ ਇੱਕ ਗੱਲ ਦਾ ਭੇਦ ਜਿਹੜਾ ਹੈ ਉਹ ਬਾਦਸ਼ਾਹ ਨੂੰ ਦੇਣਾ ਹੈ, ਗੁਰੂ ਨੂੰ ਕੀ ਪਤਾ ਲੱਗੇਗਾ। ਕਹਿਣ ਲੱਗਾ ਮੈਨੂੰ ਉਦਣ ਪਤਾ ਲੱਗਾ, ਸਤਿਗੁਰੂ ਨੂੰ ਮੇਰੇ ਪਲ ਪਲ ਦੀ ਖਬਰ ਸੀ। ਕਹਿਣ ਲੱਗਾ ਮੇਰੇ ਪਲ ਪਲ ਦੀ ਖਬਰ ਸੀ। ਮੈਂ ਕਹਿਣ ਲੱਗਾ ਸਤਿਗੁਰੂ ਨੂੰ ਫਿਰ ਆਖਿਆ ਵੀ ਦਾਤਾ ਜੀ ਹੁਣ ਅੰਮ੍ਰਿਤ ਦੀ ਦਾਤ ਦੇ ਦਿਓ, ਇੱਕ ਚਿੱਠੀ ਲਿਖਾਂਗਾ, ਉਹਦੇ ਤੋਂ ਬਾਅਦ ਨਹੀਂ ਲਿਖਾਂਗਾ। ਇੱਕ ਸੂਈਆ ਆਇਆ, ਇੱਕ ਸੂਈਆ ਆਇਆ, ਉਹ ਖਬਰ ਲਿਖਦਾ, ਵਾਹਿਗੁਰੂ ਖਬਰਾਂ ਦਿੰਦਾ, ਉਹਦੇ ਤੇ ਇਸ ਦਿਨ ਦਾ ਇੰਨਾ ਵੱਡਾ ਪ੍ਰਭਾਵ ਪਿਆ, ਬਾਦਸ਼ਾਹ ਨੂੰ ਛੱਡ ਕੇ ਪੱਕਾ ਹੀ ਗੁਰੂ ਜੀ ਦਾ ਚੇਲਾ ਬਣ ਗਿਆ, ਸਿੱਖ ਬਣ ਗਿਆ ਜੀ, ਪੱਕਾ ਹੀ ਜੀ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਲਾ ਹੈ। ਸੰਤ ਬਾਬਾ ਸੁਜਾਨ ਸਿੰਘ ਜੀ ਨਾਨਕਸਰ ਵਾਲੇ ਕੀਰਤਨੀਏ ਮਹਾਂਪੁਰਖ ਦੇਵੀਦਾਸ ਦੀ ਘਟਨਾ ਦੱਸਦੇ ਹੁੰਦੇ ਆ, ਉਹ ਵੀ ਸੂਈਆ ਹੀ ਸੀ। ਪਹਾੜੀ ਰਾਜ ਇਕੱਠੇ ਹੋਏ, ਉਹਨੇ ਮਹਾਰਾਜ ਦੀ ਸਿਫਤ ਕਰਤੀ, ਜੋ ਵੇਖਦਾ ਸੀ ਉਹਨੇ ਦੱਸਤਾ। ਕਹਿੰਦਾ ਮੈਂ ਕੀ ਕਰਾਂ, ਜੋ ਵੇਖਿਆ ਉਹ ਦੱਸਿਆ। ਤੇ ਪਹਾੜੀ ਰਾਜੇ ਨੇ ਕਿਹਾ ਸੀ ਇਹਦੀਆਂ ਅੱਖਾਂ ਕੱਢ ਲਓ, ਇਹ ਵੇਖੇ ਹੀ ਨਾ। ਅੱਖਾਂ ਕੱਢਣ ਲੱਗੇ ਬਾਹਰ ਲਿਜਾ ਕੇ, ਕਹਿੰਦੇ ਸੋਚ ਲੈ ਕੁਝ ਸੋਚਣਾ ਹੈ, ਤੇ ਉਹਨੇ ਮਹਾਰਾਜ ਦੇ ਚਰਨਾਂ ਦਾ ਧਿਆਨ ਧਾਰ ਲਿਆ ਜੀ। ਅੱਖਾਂ 'ਚ ਸੀਕਾਂ ਮਾਰ ਕੇ ਚਲੇ ਗਏ, ਛੱਡਤਾ, ਸੁੱਟਤਾ। ਜਦੋਂ ਉਹਨੂੰ ਹੋਸ਼ ਆਈ ਉਹਦੀਆਂ ਅੱਖਾਂ ਬਿਲਕੁਲ ਠੀਕ ਸਨ। ਉਹ ਕਹਿੰਦਾ ਹੁਣ ਇਹਨਾਂ ਕੋਲ ਕੀ ਜਾਣਾ, ਜਿਹਨੇ ਬਚਾਇਆ ਹੁਣ ਉਹਦੇ ਕੋਲ ਹੀ ਜਾਵਾਂਗਾ। ਉਹ ਮਹਾਰਾਜ ਦੇ ਕੋਲ ਆਇਆ ਅਨੰਦਪੁਰ ਸਾਹਿਬ। ਜਦੋਂ ਸੱਚੇ ਪਾਤਸ਼ਾਹ ਜੀ ਦੇ ਕੋਲ ਆਇਆ, ਮਹਾਰਾਜ ਨੇ ਉਹਨੂੰ ਕੀ ਚੋਜ ਵਿਖਾਇਆ, ਚਰਨਾਂ ਤੇ ਪੱਟੀਆਂ ਬੰਨੀਆਂ ਨੇ। ਬੈਰਾਗ ਕਰਨ ਲੱਗ ਪਿਆ, ਕਹਿੰਦਾ ਦਾਤਾ ਜੀ ਇਹ ਕੀ। ਮਹਾਰਾਜ ਕਹਿੰਦੇ ਦੇਵੀਦਾਸ ਤੂੰ ਸਾਡਾ ਭਲਾ ਕੀਤਾ ਹੈ। ਕਹਿੰਦਾ ਕਿਵੇਂ। ਮਹਾਰਾਜ ਕਹਿਣ ਲੱਗੇ ਜਦੋਂ ਤੇਰੀਆਂ ਅੱਖਾਂ 'ਚ ਮਾਰਨ ਲੱਗੇ ਸਨ, ਤੂੰ ਸਾਡੇ ਚਰਨਾਂ ਦਾ ਧਿਆਨ ਧਰਿਆ, ਜੇ ਕਿਤੇ ਅੱਖਾਂ ਦਾ ਧਾਰ ਲੈਂਦਾ ਸੀਕਾਂ ਸਾਡੀਆਂ ਅੱਖਾਂ 'ਚ ਹੀ ਆ ਜਾਣੀਆਂ ਸਨ। ਤੂੰ ਅਜੇ ਚਰਨਾਂ ਦਾ ਹੀ ਧਰਿਆ, ਚਰਨਾਂ 'ਚ ਆ ਗਈਆਂ ਨੇ। ਰਹੋ ਵਿਚਾਰ। ਦਾਸ ਜਿਹੜੀ ਬੇਨਤੀ ਕਰ ਰਿਹਾ ਸੀ, ਸੂਈਆ ਆਇਆ, ਸੂਈਏ ਨੇ ਜੋ ਵੇਖਿਆ ਲਿਖਿਆ ਪੱਕਾ ਹੀ ਮਹਾਰਾਜ ਦਾ ਹੋ ਗਿਆ। ਇੱਕ ਹੋਰ ਮੌਕੇ ਦੇ ਗਵਾਹ ਨੇ, ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਕੁੱਲ ਵਿੱਚੋਂ ਭਾਈ ਰਾਮ ਕੋਇਰ ਸਾਹਿਬ ਜੀ, ਜਿਹੜੇ ਅੰਮ੍ਰਿਤ ਛਕ ਕੇ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਬਣੇ, ਉਹ ਵੀ ਮੌਕੇ ਦੇ ਗਵਾਹ ਨੇ। ਉਹ ਕਹਿੰਦੇ ਜਦੋਂ ਮਹਾਰਾਜ ਨੇ ਸੀਸ ਵੱਢੇ, ਅੰਮ੍ਰਿਤ ਤਿਆਰ ਕਰਨ ਲੱਗੇ, ਮੈਂ ਵੇਖਿਆ ਅੱਜ ਪਿਤਾ ਜੀ ਵੀਰ ਰਸ ਵਿੱਚ ਹੈ। ਕਹਿੰਦੇ ਮੇਰੀ ਉਮਰ ਛੋਟੀ ਸੀ। ਰਾਮ ਕੋਇਰ ਕਹਿ ਸੰਤੋ ਸੁਣੀਏ, ਬਾਲ ਬੈਸ ਮੇਰੋ ਤਨ ਜਨੀਏ। ਮੇਰੇ ਸਰੀਰ ਦੀ ਉਮਰ ਛੋਟੀ ਸੀ ਉਦੋਂ। ਕਥਾ ਸੁਣਨ ਵਾਲਿਓ ਸੰਤੋ, ਕਹਿੰਦੇ ਸੁਣੋ ਧਿਆਨ ਨਾਲ। ਰਾਮ ਕੋਇਰ ਕਹਿ ਸੰਤੋ ਸੁਣੀਏ, ਬਾਲ ਬੈਸ ਮੇਰੋ ਤਨ ਜਨੀਏ। ਜਦੋਂ ਇਹ ਕਾਰਜ ਹੋ ਰਿਹਾ ਸੀ, ਮੈਂ ਵੇਖਿਆ ਪਿਤਾ ਜੀ ਵੀਰ ਰਸ ਵਿੱਚ ਹੈ। ਜਦੋਂ ਬਾਪ ਕਿਤੇ
ਥੋੜ੍ਹਾ ਜਿਹਾ ਵੀਰ ਰਸ ਵਿੱਚ ਹੋਵੇ, ਬੱਚੇ ਕਿਰਕੋ ਜਾਂਦੇ ਆ, ਮਾਂ ਕੋਲ ਜਾਂਦੇ ਆ। ਕਹਿੰਦੇ ਧਾਏ ਗਿਆ ਮੈਂ ਮਾਤਾ ਪਾਸ, ਜਹ ਬੈਠੀ ਜੀਤੋ ਸੁਖ ਰਾਸ। ਕਹਿੰਦੇ ਮੈਂ ਮਹਾਰਾਜ ਨੂੰ ਵੇਖ ਕੇ ਤੇ ਭੱਜਾ ਹੀ ਗਿਆ ਸਾਂ ਮਾਤਾ ਕੋਲ, ਮਾਤਾ ਜੀਤੋ ਜੀ ਦੇ ਕੋਲ। ਉੱਥੇ ਮਾਤਾ ਗੁਜਰੀ ਜੀ ਵੀ ਬੈਠੇ ਆ। ਮੈਂ ਆਖਿਆ ਮਾਂ ਜੀ ਅੱਜ ਪਿਤਾ ਜੀ ਇਹ ਚੋਜ ਕਰ ਰਹੇ ਆ। ਕਹਿੰਦੇ ਉੱਥੇ ਮਾਤਾ ਗੁਜਰੀ ਜੀ ਵੀ ਬੈਠੇ, ਉਹਨਾਂ ਕਿਹਾ ਅੱਜ ਮਹਾਰਾਜ ਇੱਕ ਚੋਜ ਕਰ ਰਹੇ ਆ, ਖਾਲਸੇ ਰੂਪੀ ਸੰਤਾਨ ਨੂੰ ਜਨਮ ਦੇਣਾ। ਜਾ ਜੀਤੋ, ਸੰਤਾਨ ਨੂੰ ਜਨਮ ਦੇਣਾ, ਮਾਤਾ ਦੀ ਵੀ ਜ਼ਰੂਰਤ ਹੈ, ਤੂੰ ਵੀ ਹਿੱਸਾ ਪਾ ਦੇ। ਮਾਤਾ ਜੀਤੋ ਜੀ ਫਿਰ ਪਤਾਸੇ ਲੈ ਕੇ ਆਏ ਸਨ। ਮਹਾਰਾਜ ਨੇ ਕਿਹਾ ਸੀ ਜੀਤੋ ਜੀ ਬੜਾ ਭਲਾ ਕੀਤਾ ਜੇ ਪਤਾਸੇ ਪਾਏ ਹੈ। ਖਾਲਸਾ ਇਹ ਫੌਜ ਸਾਜੀ ਹੈ, ਜਿੱਥੇ ਜੁਝਾਰੂ ਹੋਣਗੇ ਉੱਥੇ ਇਹਨਾਂ ਦੇ ਵਿੱਚ ਆਪਸ ਵਿੱਚ ਪ੍ਰੇਮ ਵੀ ਹੋਏਗਾ, ਮਿਠਾਸ ਵੀ ਹੋਏਗੀ। ਮਾਤਾ ਜੀਤੋ ਜੀ ਨੇ ਪਤਾਸੇ, ਕਈ ਸਾਧ ਸੰਗਤ ਜੀ ਮਾਤਾ ਸਾਹਿਬ ਕੌਰ ਜੀ ਦਾ ਨਾਮ ਲੈਂਦੇ ਆ। ਮਾਤਾ ਸਾਹਿਬ ਕੌਰ ਜੀ ਅੰਮ੍ਰਿਤ ਸੰਚਾਰ ਤੋਂ ਕੁਝ ਸਮਾਂ ਬਾਅਦ ਆਏ ਸਨ, ਸਾਲ ਡੇਢ ਸਾਲ ਬਾਅਦ ਗੁਰੂ ਜੀ ਦੀ ਹਾਜ਼ਰੀ 'ਚ ਆਏ ਸਨ। ਜਦੋਂ ਅੰਮ੍ਰਿਤ ਸੰਚਾਰ ਹੋਇਆ ਉਦੋਂ ਉਹ ਉੱਥੇ ਮੌਜੂਦ ਹੀ ਨਹੀਂ ਸਨ, ਉਹ ਬਾਅਦ ਵਿੱਚ ਆਏ ਸਨ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅੰਮ੍ਰਿਤ ਸੰਚਾਰ ਕੀਤਾ, ਆਪ ਵੀ ਅੰਮ੍ਰਿਤ ਛਕਿਆ, ਰਹਿਤ ਬਖਸ਼ਿਸ਼ ਕੀਤੀ ਹੈ। ਅਸੀਂ ਮਾਣ ਨਾਲ ਕਹਿ ਸਕਦੇ ਹਾਂ ਮਹਾਰਾਜ ਨੇ ਸਾਨੂੰ ਪੰਚ ਪ੍ਰਧਾਨੀ ਜਿਹੜੀ ਹੈ ਉਹ ਬਖਸ਼ਿਸ਼ ਕੀਤੀ ਹੈ। ਤੁਸੀਂ ਬਹੁਤ ਸਾਰੀਆਂ ਚੀਜ਼ਾਂ ਵੇਖੋ ਗੁਰੂ ਘਰ ਵਿੱਚ ਪੰਜ ਪੰਜ ਹੀ ਹੋਣਗੀਆਂ। ਇੱਧਰ ਧਿਆਨ ਦਿਓ, ਗੱਜ ਕੇ ਆਖੋ ਵਾਹਿਗੁਰੂ, ਗੱਜ ਕੇ। ਪੰਜ ਪੰਜ ਹੋਣਗੀਆਂ, ਪੰਜ ਪ੍ਰਧਾਨੀ, ਪੰਜ ਪੰਜ ਹੋਣ। ਪੰਜ ਪੰਜ ਕਿਉਂ? ਜਿੱਥੇ ਪੰਜ ਹੈ ਉੱਥੇ ਪਰਮੇਸ਼ਰ ਹੈ। ਇੱਕ ਸਿੱਖ, ਦੋਏ ਸਾਧ ਸੰਗ, ਪੰਜੀ ਪਰਮੇਸ਼ਰ। ਪੰਜ ਪ੍ਰਧਾਨੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ। ਇਹਨੂੰ ਧਿਆਨ ਨਾਲ ਸੁਣਿਓ। ਸਭ ਕੁਝ ਵਿੱਚ ਪੰਜ ਪੰਜ ਹੈ। ਪਿਆਰੇ ਵੀ ਮਹਾਰਾਜ ਨੇ ਪੰਜ ਹੀ ਚੁਣੇ ਹੈ। ਛੇਵਾਂ ਵੀ ਛੇਵੀਂ ਵਾਰੀ ਵੀ ਕਰ ਸਕਦੇ ਸੀ ਵੀ ਇੱਕ ਹੋਰ ਉੱਠ ਜੇ, ਪਰ ਪੰਜ ਹੀ ਮਹਾਰਾਜ ਨੇ ਚੁਣੇ ਹੈ। ਪੰਜਾਂ ਤੇ ਬਖਸ਼ਿਸ਼ ਕੀਤੀ ਹੈ। ਗੁਰੂ ਘਰ ਵਿੱਚ ਪੰਜ ਦੀ ਪ੍ਰਧਾਨਤਾ ਹੈ। ਕਿਵੇਂ ਹੈ? ਕੜਾਹ ਪ੍ਰਸ਼ਾਦ ਨੂੰ ਆਪਾਂ ਪੰਚਮ ਕੜਾਹ ਪ੍ਰਸ਼ਾਦ ਕਹਿੰਦੇ ਆ। ਪੰਚਮ ਤੋਂ ਭਾਵ ਪੰਜ ਚੀਜ਼ਾਂ ਦਾ ਬਣਦਾ ਹੈ। ਕੜਾਹ ਪ੍ਰਸ਼ਾਦ ਵੀ ਪੰਜ ਦਾ ਬਣਦਾ ਹੈ। ਇਹਦੇ ਵਿੱਚ ਦੋ ਰਾਏ ਨੇ, ਖੰਡ, ਘਿਓ, ਆਟਾ ਤੇ ਹੈ ਹੀ ਹੈ, ਇੱਕ ਪਾਣੀ ਹੈ। ਪੰਜਵਾਂ ਜਿਹੜਾ ਤੱਤ ਹੈ ਉਹ ਅਗਨੀ ਨੂੰ ਮੰਨਦੇ ਹੈ, ਪਰ ਕਈ ਵਿੱਚ ਪੰਜਵਾਂ ਤੱਤ ਦੁੱਧ ਵੀ ਪਾਉਂਦੇ ਹੈ। ਚਾਸ਼ਣੀ 'ਚ ਮੈਲ ਤਾਂ ਆ ਜਾਂਦੀ ਹੈ ਸਾਰੀ। ਵੈਸੇ ਪੰਚਮ ਕੜਾਹ ਪ੍ਰਸ਼ਾਦ ਹੈ, ਪੰਜ ਚੀਜ਼ਾਂ ਤੋਂ ਤਿਆਰ ਹੁੰਦਾ ਹੈ ਕੜਾਹ ਪ੍ਰਸ਼ਾਦ, ਪੰਚ ਪ੍ਰਧਾਨੀ ਹੈ। ਫਿਰ ਆਪਾਂ ਵੇਖੀਏ ਅੰਮ੍ਰਿਤ ਵੀ ਪੰਜ ਚੀਜ਼ਾਂ ਤੋਂ ਹੀ ਤਿਆਰ ਹੋਇਆ। ਪੰਚ ਪ੍ਰਧਾਨੀ ਬਾਟਾ ਹੈ, ਖੰਡਾ ਹੈ, ਪਤਾਸੇ ਹਨ, ਪਾਣੀ ਹੈ ਤੇ ਪੰਜਵਾਂ ਬਾਣੀ ਹੈ। ਬਾਟਾ ਵੀ ਹੋਵੇ, ਖੰਡਾ ਵੀ ਹੋਵੇ, ਪਾਣੀ ਵੀ ਹੋਵੇ, ਪਤਾਸੇ ਵੀ ਹੋਣ, ਬਾਣੀ ਨਾ ਹੋਵੇ, ਅੰਮ੍ਰਿਤ ਨਹੀਂ ਬਣ ਸਕਦਾ। ਕਈ ਸਾਇੰਸ ਦੀਆਂ ਗੱਲਾਂ ਕਰਦੇ ਨੇ। ਤੁਸੀਂ ਨੈੱਟ 'ਤੇ ਸਰਚ ਮਾਰੋ ਵਾਟਰ, ਗੂਗਲ 'ਤੇ, ਉਹਨਾਂ ਸਾਰਾ ਖੋਲ੍ਹ ਕੇ ਵਿਸਥਾਰ ਸਹਿਤ ਦੱਸਿਆ, ਪਾਣੀ ਦੇ ਸੁਭਾਅ ਬਾਰੇ ਦੱਸਿਆ। ਜਰਮਨ ਦੇ ਵਿਗਿਆਨੀ ਨੇ ਖੋਜ ਕੀਤੀ ਹੈ। ਇੱਕ ਹੁੰਦਾ ਮਾਈਕਰੋਸਕੋਪ, ਇੱਕ ਦੂਰਦਰਸ਼ੀ ਹੁੰਦਾ ਉਹ ਸ਼ੀਸ਼ਾ ਜਿਹਦੇ ਤੋਂ ਦੂਰ ਪਈਆਂ ਚੀਜ਼ਾਂ ਜਿਹੜੀਆਂ ਉਹ ਵਿਖ ਜਾਂਦੀਆਂ ਨੇ। ਇੱਕ ਹੋਰ ਸ਼ੀਸ਼ਾ ਹੁੰਦਾ ਉਹ ਲਾਗੇ ਪਈਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਵੱਡੀਆਂ ਵੱਡੀਆਂ ਕਰਕੇ ਵਿਖਾਉਂਦਾ ਹੈ। ਇੱਕ ਉਹ ਵੀ ਸ਼ੀਸ਼ਾ ਹੁੰਦਾ, ਉਹਨੇ ਉਹ ਸ਼ੀਸ਼ਾ ਰੱਖ ਕੇ
ਪਾਣੀ ਉੱਤੇ ਚੰਗੀ ਤਰ੍ਹਾਂ ਖੋਜ ਕੀਤੀ ਹੈ। ਜੇ ਤੇ ਪਾਣੀ ਦੇ ਲਾਗੇ ਤੁਸੀਂ ਚੰਗੀਆਂ ਗੱਲਾਂ ਕਰੋ, ਉਹਦੇ 'ਤੇ ਉਹ ਦੱਸਦਾ, ਕਹਿੰਦਾ ਚਿੱਤਰ ਵੀ ਬਣ ਜਾਂਦੇ ਆ, ਉਹਦੇ ਵਿੱਚ ਤੱਤ ਚੰਗੇ ਪੈਦਾ ਹੋ ਜਾਂਦੇ ਆ ਪਾਣੀ ਵਿੱਚ। ਜੇ ਤੁਸੀਂ ਪਾਣੀ ਦੇ ਲਾਗੇ ਕਿਸੇ ਨੂੰ ਗਾਲਾਂ ਕੱਢੋ, ਉਹਦੇ ਉੱਤੇ ਕਾਲੇ ਕਾਲੇ ਜਿਹੇ ਤੱਤ ਇਕੱਠੇ ਹੋ ਜਾਂਦੇ ਆ। ਉਹ ਕਹਿੰਦਾ ਕਿਸੇ ਚੀਜ਼ ਨੂੰ ਆਪਣੇ ਵਿੱਚ ਸ਼ਾਮਲ ਕਰਨ ਦਾ ਜਿਹੜਾ ਸਭ ਤੋਂ ਵੱਧ ਤੱਤ ਹੈ ਉਹ ਪਾਣੀ ਵਿੱਚ ਹੈਗਾ ਹੈ ਜੀ। ਸਭ ਤੋਂ ਵੱਧ ਤੱਤ ਪਾਣੀ ਵਿੱਚ ਹੈ। ਪਾਣੀ ਬਹੁਤ ਛੇਤੀ ਕਿਸੇ ਚੀਜ਼ ਨੂੰ ਆਪਣੇ ਵਿੱਚ ਖਿੱਚਦਾ ਹੈ। ਮਿੱਟੀ ਵਿੱਚ ਕੋਈ ਰੰਗ ਰਲਾਓ ਛੇਤੀ ਨਹੀਂ ਰਲੇਗਾ, ਪਾਣੀ 'ਚ ਰਲਾਓ ਛੇਤੀ ਰਲ ਜਾਏਗਾ। ਬਾਣੀ ਨਾ ਹੋਵੇ, ਨਿਰਾ ਪਾਣੀ ਹੋਵੇ, ਅੰਮ੍ਰਿਤ ਨਹੀਂ ਬਣ ਸਕਦਾ। ਖੰਡਾ ਵੀ ਚਾਹੀਦਾ, ਬਾਟਾ ਵੀ ਚਾਹੀਦਾ, ਪਤਾਸੇ ਵੀ ਚਾਹੀਦੇ ਆ, ਪਾਣੀ ਵੀ ਚਾਹੀਦਾ। ਪੰਜਵੀਂ ਸੱਚੇ ਪਾਤਸ਼ਾਹ ਨੇ ਨਾਲ ਬਾਣੀ ਪੜ੍ਹੀ ਹੈ। ਔਰ ਮੈਂ ਇੱਕ ਗੁਰਮੁਖ ਪਾਸੋਂ ਸੁਣ ਰਿਹਾ ਸੀ, ਕਹਿੰਦੇ ਮਹਾਰਾਜ ਨੇ ਉਸ ਦਿਨ ਬਾਣੀ ਪੜ੍ਹਨ ਲੱਗਿਆਂ 5 ਬਾਣੀਆਂ ਪੜ੍ਹਨ ਲੱਗਿਆਂ 2.5 ਘੰਟੇ ਲਾਏ ਸਨ। ਉਹ 5 ਬਾਣੀਆਂ ਅਸੀਂ 5 ਮਿੰਟਾਂ 'ਚ ਵੀ ਕਰ ਲੈਂਦੇ, 5 ਮਿੰਟਾਂ 'ਚ ਵੀ ਕਰ ਲੈਂਦੇ। 2.5 ਘੰਟੇ ਲਾਏ ਸਨ ਮਹਾਰਾਜ ਨੇ। ਇੰਨੇ ਪ੍ਰੇਮ ਨਾਲ ਉਹਨਾਂ 5 ਬਾਣੀਆਂ ਦਾ ਪਾਠ ਕੀਤਾ ਔਰ ਵਿੱਚ ਆਪਣੀ ਦ੍ਰਿਸ਼ਟੀ ਵੀ ਰੱਖੀ ਮਹਾਰਾਜ ਨੇ। ਕਲਗੀਧਰ ਜੀ ਨੇ ਜਦੋਂ ਬਾਟਾ ਤਿਆਰ ਕੀਤਾ, ਵਿੱਚ ਆਪਣੀ ਦ੍ਰਿਸ਼ਟੀ ਰੱਖੀ ਹੈ। ਸੋ ਮਹਾਰਾਜ ਨੇ 5 ਬਾਣੀਆਂ ਪੜ੍ਹੀਆਂ। ਪੰਚਮ ਕੜਾਹ ਪ੍ਰਸ਼ਾਦ ਹੈ, ਪੰਚਮੀ ਅੰਮ੍ਰਿਤ ਤਿਆਰ ਹੁੰਦਾ ਹੈ। ਬਾਟਾ ਉਹ ਵੀ 5 ਚੀਜ਼ਾਂ ਦਾ ਹੁੰਦਾ ਹੈ। ਨਿਤਨੇਮ ਬਖਸ਼ਿਸ਼ ਕੀਤਾ ਸਤਿਗੁਰੂ ਜੀ ਨੇ, ਜਿਹੜਾ ਕਰਨਾ ਹੀ ਕਰਨਾ ਉਹ ਵੀ 5 ਬਾਣੀਆਂ ਬਖਸ਼ਿਸ਼ ਕੀਤੀਆਂ ਹਨ। ਇਹਦੇ ਤੋਂ ਇਲਾਵਾ ਜੇ ਗੁਰਬਾਣੀ ਦੀ ਗੱਲ ਕਰੀਏ, ਗੁਰਬਾਣੀ ਵਿੱਚ ਵੀ ਮਹਾਰਾਜ ਨੇ ਪੰਚ ਪ੍ਰਧਾਨੀ ਜਿਹੜੀ ਆ ਉਹ ਰੱਖੀ ਹੋਈ ਹੈ। ਗੁਰੂ ਰਾਮਦਾਸ ਜੀ ਦੀ ਪੰਕਤੀ ਹੈ, ਹਰ ਆਪੇ ਪੰਚ ਤਤ ਵਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵੈ। ਤਤ ਜਿਹੜੇ ਹੈ, ਗੁਰੂ ਅਮਰਦਾਸ ਜੀ ਦੀ ਬਾਣੀ ਹੈ, ਜਿਹੜੇ ਤਤ ਹੈ ਨਾ ਸ੍ਰਿਸ਼ਟੀ ਸਾਜਣ ਵਾਲੇ, ਉਹ ਕਿੰਨੇ ਨੇ? ਉਹ ਵੀ 5 ਹੀ ਹਨ। ਪੰਚ ਤਤ ਕਰ ਸ੍ਰਿਸ਼ਟ ਜਿਨ ਸਾਜੀ। ਇਹ ਇਸ ਤਰ੍ਹਾਂ ਕਰਕੇ ਪੰਕਤੀ ਹੈ। 5 ਤੱਤ ਨੇ, ਤੱਤ ਵੀ 5 ਨੇ। ਕਿਹੜੇ ਕਿਹੜੇ? ਧਰਤੀ ਹੈ, ਆਕਾਸ਼ ਹੈ, ਪਾਣੀ ਹੈ, ਅੱਗ ਹੈ, ਹਵਾ ਹੈ। ਕਹਿੰਦੇ 5 ਤੱਤ ਪਰਮੇਸ਼ਰ ਨੇ ਕੀਤੇ ਆ। 5 ਦੀਆਂ 5 ਧਾਤੂਆਂ ਨੇ। ਸ਼ਬਦ ਹੈ, ਸਪਰਸ਼ ਹੈ, ਰੂਪ ਹੈ, ਰਸ ਹੈ, ਗੰਧ ਹੈ। ਇਹ 5 ਧਾਤੂਆਂ ਨੇ। ਤੱਤ ਵੀ 5 ਹਨ, ਉਹਨਾਂ ਦੀਆਂ ਧਾਤੂਆਂ ਵੀ 5 ਹਨ। ਇੱਥੋਂ ਤੱਕ ਸੰਸਾਰ ਦੀ ਸਭ ਤੋਂ ਸੋਹਣੀ ਜਿਹੜੀ ਰਚਨਾ ਹੈ ਨਾ, ਇਸ ਸੰਸਾਰ ਦੀ ਸਭ ਤੋਂ ਸੋਹਣੀ ਜੇ ਕੋਈ ਰਚਨਾ ਹੈ, ਉਹ ਸਾਧ ਸੰਗਤ ਜੀ ਮਨੁੱਖ ਦਾ ਸਰੀਰ ਹੈ। ਮਨੁੱਖ ਦਾ ਸਰੀਰ ਹੈ। ਮਨੁੱਖ ਦੇ ਸਰੀਰ ਤੋਂ ਸੋਹਣੀ ਹੋਰ ਕੋਈ ਰਚਨਾ ਨਹੀਂ ਹੈ। ਇਹਦੇ ਵਿੱਚ ਵੀ 5 ਗਿਆਨ ਇੰਦਰੇ ਨੇ, 5 ਹੀ ਕਰਮ ਇੰਦਰੇ ਨੇ ਪਰਮੇਸ਼ਰ ਨੇ ਬਣਾਏ। ਅੰਗ ਜਿਹੜੇ ਬਣਾਏ ਆ ਗਿਆਨ ਇੰਦਰੇ, ਉਹ ਵੀ 5 ਬਣਾਏ ਆ। ਐਸੇ ਵੀ ਹਨ ਜਿਨ੍ਹਾਂ ਦੇ ਸਰੀਰ 'ਚ ਹੱਡੀ ਕੋਈ ਨਹੀਂ ਹੈਗੀ, ਸੱਪ ਵਰਗਿਆਂ ਦੇ, ਉਹਨਾਂ ਦੇ ਸਰੀਰ ਦੀ ਕੋਈ ਹੱਡੀ ਨਹੀਂ ਹੈਗੀ, ਕੋਈ ਅੰਗ ਨਹੀਂ ਹੈਗਾ। ਵਿਸ਼ੇਸ਼ ਕਹੀਏ ਕੋਈ ਅੰਗ ਹੋਵੇ, ਵਿਸ਼ੇਸ਼ ਅੰਗ ਨਹੀਂ ਹੈ। ਸਾਡੇ 5 ਪਰਮੇਸ਼ਰ ਨੇ ਗਿਆਨ ਇੰਦਰੇ ਬਣਾਏ ਆ, 2 ਹੱਥ, 2 ਪੈਰ, ਜੀਭ। ਪਰ ਵੇਖੋ ਹੱਥ ਨੂੰ ਕਿੰਨੀਆਂ ਉਂਗਲਾਂ ਲਾਈਆਂ ਨੇ? 5 ਹੀ ਲਾਈਆਂ ਨੇ। ਅੰਗੂਠਾ ਵੀ ਉਂਗਲ ਦੀ ਕਿਸਮ ਹੀ ਹੈ ਨਾ। ਪੈਰਾਂ ਨੂੰ ਕਿੰਨੀਆਂ ਲਾਈਆਂ ਨੇ? 5 ਹੀ ਲਾਈਆਂ ਹਨ। ਪੈਰਾਂ ਨੂੰ ਵੀ 5 ਲਾਈਆਂ ਨੇ। ਹੁਣ ਇਹ ਤਾਂ ਕਿਸੇ ਬੰਦੇ ਦੀ ਰਚਨਾ ਨਹੀਂ ਹੈ ਨਾ, ਇਹ ਤਾਂ ਕਿਸੇ ਸਾਇੰਟਿਸਟ ਦੀ ਰਚਨਾ ਨਹੀਂ ਹੈ ਨਾ। 6 ਵੀ ਲਾ ਸਕਦੇ ਆ, 7 ਵੀ ਲਾ ਸਕਦੇ ਸੀ, 10 ਵੀ ਲਾ ਸਕਦੇ ਸੀ। ਜਿੰਨੀਆਂ ਉਂਗਲਾਂ ਜ਼ਿਆਦਾ ਹੋਣ ਉਨੀ ਪਕੜ ਸੋਹਣੀ ਹੋਏਗੀ। ਜਿਨ੍ਹਾਂ ਦੀ ਕਿਸੇ ਕਾਰਨ ਬਸ 1-2 ਨਾ ਹੋਵੇ, ਉਹਨਾਂ ਦੀ ਪਕੜ ਥੋੜ੍ਹੀ ਹੁੰਦੀ ਹੈ, ਤੇ ਜੇ ਜ਼ਿਆਦਾ ਹੁੰਦੀਆਂ ਤੇ ਪਕੜ ਵਧੀਆ ਹੋਣੀ ਸੀ। ਪਰਮੇਸ਼ਰ ਨੇ 5 ਹੀ ਲਾਈਆਂ ਨੇ ਜੀ। ਪਰਮੇਸ਼ਰ ਦੀ ਕਿਰਤ ਹੈ।
ਪੈਰਾਂ ਦੀਆਂ 5 ਹੀ ਲਾਈਆਂ ਹਨ। ਤੇ ਸਾਧ ਸੰਗਤ ਜੀ, ਕਰਮ ਇੰਦਰੇ ਜੇ ਆ 5 ਹੈ, ਗਿਆਨ ਇੰਦਰੇ ਵੀ 5 ਹੈ। ਅੱਖਾਂ, ਕੰਨ, ਨੱਕ, 2 ਅੱਖਾਂ ਹਨ, ਨੱਕ ਹੈ, ਕੰਨ ਹੈ। ਤੇ ਸਭ ਤੋਂ ਲੰਮਾ ਚੌੜਾ ਵੱਡਾ ਇੰਦਰਾ ਜਿਹੜਾ ਲਾਇਆ ਉਹ ਚਮੜੀ ਲਾਈ ਹੋਈ ਹੈ ਸਾਨੂੰ ਪਰਮੇਸ਼ਰ ਨੇ। ਇਸ ਸਰੀਰ ਦੀ ਰਚਨਾ ਵਿੱਚ ਵੀ ਪਰਮੇਸ਼ਰ ਨੇ 5 ਨੂੰ ਪ੍ਰਮੁੱਖ ਰੱਖਿਆ। ਸ੍ਰੀ ਜਪਜੀ ਸਾਹਿਬ ਜੀ ਦੀ ਬਾਣੀ ਪ੍ਰਧਾਨ ਬਾਣੀ ਹੈ। ਜਪਜੀ ਸਾਹਿਬ ਦੀ ਬਾਣੀ ਮਹਾਂਪੁਰਖਾਂ ਦਾ ਸਥਾਨ ਹੈ। ਆਪਾਂ ਸੰਗਤ ਕਰਨ ਵਾਲੇ ਬੈਠੇ ਹਾਂ, ਬਾਣੀ ਪੜ੍ਹਨ ਵਾਲੇ ਬੈਠੇ ਹਾਂ। ਮਹਾਰਾਜ ਕਹਿੰਦੇ ਪੰਚ ਪਰਵਾਣ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ। ਪੰਚੇ 5 ਗੁਣਾਂ ਨੂੰ ਧਾਰਨ ਕਰਨ ਵਾਲਾ ਗੁਰਮੁਖ, ਉਹ ਪੰਚ ਹੈ। ਇਹ ਹੈ ਸਕਾਰਾਤਮਕ ਪੱਖ, ਪੋਜ਼ਿਟਿਵ ਪੱਖ। ਨੈਗੇਟਿਵਿਟੀ ਦੀ ਗੱਲ ਕਰੀਏ ਤੇ ਠੱਗ ਵੀ ਮਹਾਰਾਜ ਕਹਿੰਦੇ 5 ਹੀ ਹੋਣਗੇ। ਇਸ ਦੇਹੀ ਮਹਿ ਪੰਚ ਚੋਰ ਬਸੀਲੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ। ਜੇ ਨੈਗੇਟਿਵ ਪੱਖ ਦੀ ਗੱਲ ਕਰੀਏ, ਜਪਜੀ ਸਾਹਿਬ ਦੀ ਬਾਣੀ ਪ੍ਰਧਾਨ ਬਾਣੀ ਹੈ। ਉਹਦੇ ਵਿੱਚ ਪੰਚ ਦਾ ਜ਼ਿਕਰ ਹੁੰਦਾ ਹੈ। ਪੰਚੇ ਪਾਵਹਿ ਦਰਗਹਿ ਮਾਨ। 5 ਔਗੁਣ ਨੇ, 5 ਗੁਣ ਬਖਸ਼ੇ ਪਰਮੇਸ਼ਰ ਨੇ। ਫਿਰ ਖੰਡ ਕਿੰਨੇ ਬਖਸ਼ਿਸ਼ ਕੀਤੇ ਹੈ? 5 ਖੰਡ ਬਖਸ਼ਿਸ਼ ਕੀਤੇ ਮਹਾਰਾਜ ਨੇ ਸ੍ਰੀ ਜਪਜੀ ਸਾਹਿਬ ਵਿੱਚ। ਸੱਚਖੰਡ ਤੋਂ ਪਹਿਲਾਂ 4 ਖੰਡ ਨੇ। ਸੱਚਖੰਡ ਨੂੰ 5ਵਾਂ ਖੰਡ ਮੰਨਿਆ ਗਿਆ ਹੈ। 5 ਹੀ ਖੰਡ ਨੇ, ਜਿਹਨੂੰ ਆਪਾਂ ਪੌੜੀਆਂ ਵੀ ਕਹਿੰਦੇ ਹਾਂ। ਮਹਾਰਾਜ ਕਹਿੰਦੇ ਨਾ, ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵਡ ਭਾਗੀ ਪਾਏ। ਉਹ ਧਰਮ ਦੀ ਪੌੜੀ ਦਾ ਜ਼ਿਕਰ ਆਉਂਦਾ ਜਪਜੀ ਸਾਹਿਬ 'ਚ ਹੀ ਆਉਂਦਾ। ਇੱਕ ਦੂ ਜੀਭੋ ਲੱਖ ਹੋਹਿ, ਲੱਖ ਹੋਵਹਿ ਲੱਖ 20, ਲੱਖ ਲੱਖ ਗੇੜਾ ਆਖੀਆ ਹੈ, ਏਕ ਨਾਮ ਜਗਦੀਸ਼। ਏਤ ਰਾਹੇ ਪਤ ਪਵੜੀਆ। ਪੌੜੀਆਂ, ਪੌੜੀਆਂ ਦੀ ਗੱਲ ਹੈ। ਏਤ ਰਾਹੇ ਪਤ ਪਵੜੀਆ, ਚੜ੍ਹਿਆ ਹੋਏ 21। ਜੇ ਚੜ੍ਹ ਜਾਵੇ ਤੇ ਪਰਮੇਸ਼ਰ ਦੇ ਨਾਲ 21 ਹੋ ਜਾਂਦਾ, ਇੱਕ ਮਿਕ ਹੋ ਜਾਂਦਾ ਹੈ ਬੰਦਾ। ਉਹ 5 ਪੌੜੀਆਂ ਕਿਹੜੀਆਂ ਮਹਾਰਾਜ ਨੇ? ਉਹ ਅੱਗੇ 5 ਖੰਡ ਦੱਸੇ। ਧਰਮ ਖੰਡ ਹੈ, ਕਰਮ ਖੰਡ ਹੈ, ਗਿਆਨ ਖੰਡ ਹੈ, ਕਰਮ ਖੰਡ, ਸਰਮ ਖੰਡ ਹੈ ਤੇ ਸੱਚਖੰਡ ਹੈ। 5 ਦੀ ਪ੍ਰਧਾਨਤਾ ਸੱਚੇ ਪਾਤਸ਼ਾਹ ਜੀ ਨੇ ਰੱਖੀ ਹੈ। ਅਸੀਂ 5 ਪ੍ਰਧਾਨੀ ਵਾਲੇ ਹਾਂ। ਤੇ ਸਾਧ ਸੰਗਤ ਜੀ, ਉਹਨਾਂ ਵਿੱਚ ਪਿਆਰੇ ਵੀ 5 ਚੁਣੇ ਹੈ, ਬਾਣੀਆਂ ਵੀ 5 ਪੜ੍ਹੀਆਂ, ਅੰਮ੍ਰਿਤ ਵੀ 5 ਚੀਜ਼ਾਂ ਨਾਲ ਹੀ ਤਿਆਰ ਹੁੰਦਾ। ਤੇ ਨਿਤਨੇਮ ਜਿਹੜਾ ਉਹ ਵੀ 5 ਦਿੱਤੇ ਆ, 5 ਬਾਣੀਆਂ। ਤੇ ਹੋਰ ਦੀ ਹੋਰ ਕਕਾਰ ਕਿੰਨੇ ਦਿੱਤੇ ਆ? ਇਹ ਵੀ ਮਹਾਰਾਜ ਨੇ ਸਾਨੂੰ 5 ਹੀ ਦਿੱਤੇ। 5 ਕਕਾਰ ਸਤਿਗੁਰੂ ਜੀ ਨੇ ਸਾਨੂੰ ਤਰੁੱਠ ਕੇ ਬਖਸ਼ਿਸ਼ ਕੀਤੇ ਆ। ਉਹਦੇ ਵਿੱਚ ਗੁਰਮੁਖ ਪਿਆਰੇ ਦੱਸਦੇ ਆ, ਵਿਸਾਖੀ ਨੂੰ ਜਦੋਂ ਮਹਾਰਾਜ ਨੇ ਅੰਮ੍ਰਿਤ ਛਕਾਇਆ ਨਾ, ਉਸ ਵਿਸਾਖੀ ਤੋਂ 1 ਸਾਲ ਪਹਿਲਾਂ ਜਿਹੜੀ ਵਿਸਾਖੀ ਆਈ 1698 ਦੀ, ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਜੀ ਨੇ, ਕਲਗੀਧਰ ਜੀ ਨੇ ਸਾਰੀਆਂ ਸੰਗਤਾਂ ਨੂੰ ਕੜੇ ਵੰਡੇ ਸਨ ਜੀ। 1 ਸਾਲ ਪਹਿਲਾਂ ਕੜਿਆਂ ਦਾ ਨਿਯਮ ਜਿਹੜਾ ਸੀ ਉਹ ਲਾਗੂ ਕੀਤਾ ਸੀ। ਤੇ ਕੰਘਾ ਵੀ ਸਿੱਖ ਰੱਖਦੇ ਸਨ, ਕੇਸਾਂ ਦੇ ਵਿੱਚ ਕੰਘਾ ਵੀ ਰੱਖਦੇ ਹੁੰਦੇ ਸਨ। ਤੇ ਮਹਾਰਾਜ ਮਿਹਰ ਕਰਨ, ਜਿਹੜੀ ਚੀਜ਼ ਜਿੱਥੇ ਹੋਵੇ ਉੱਥੇ ਹੀ ਸੋਹਣੀ ਲੱਗਦੀ ਹੈ। ਆਪ ਗੁਰੂ ਕੀ ਸੰਗਤ ਬੈਠੇ ਹੋ, ਮਹਾਂਪੁਰਖਾਂ ਦੀ ਸੰਗਤ ਕਰਨ ਵਾਲੇ ਬੈਠੇ ਹੋ। ਮੈਂ ਆਮ ਲੋਕਾਂ ਦੀ ਦੱਸਦਾ ਵੀ ਸਿਰ ਤੋਂ ਤਿਲਕ ਕੇ ਗਾਤਰੇ ਦੇ ਨਾਲ ਹੀ ਕੰਘਾ ਆ ਗਿਆ। ਕੰਘੇ ਦਾ ਸਥਾਨ ਜਿਹੜਾ ਹੈ ਉਹ ਸਿਰ ਵਿੱਚ ਹੈ, ਕੇਸਾਂ ਵਿੱਚ ਹੈ। ਕੰਘਾ ਵੀ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ। ਕਛਹਿਰਾ ਜਤ ਸਤ ਦੀ ਨਿਸ਼ਾਨੀ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਕਿਰਪਾਨ ਬਖਸ਼ਿਸ਼ ਕੀਤੀ ਹੈ। ਤੇ ਕੇਸ ਤਾਂ ਹੈ ਹੀ ਹੈ, ਮੋਹਰ ਹੈ।
ਬੋਲੇ ਹੁੰਦੇ ਆ, ਇਹਨਾਂ ਨੂੰ ਧਿਆਨ ਰੱਖਣਾ ਹੁੰਦਾ ਹੈ। ਜਦੋਂ ਆਪਾਂ ਕੇਸੀ ਇਸ਼ਨਾਨ ਕਰਦੇ ਆ, ਬਹੁਤ ਸਾਰਿਆਂ ਨੂੰ ਪੁੱਛੋ ਨਾ, ਫੋਨ ਕਈ ਵਾਰੀ ਕਰੀਏ ਕੀ ਕਰ ਰਹੇ ਆ ਭਾਈ, ਉਹ ਕਹਿੰਦਾ ਮੈਂ ਵਾਲ ਸੁਕਾ ਰਿਹਾ ਹਾਂ। ਕੋਈ ਗੁਰਮੁਖ ਜਿਹਾ ਹੋਵੇ ਜਿਹੜਾ ਥੋੜੀ ਗੁਰਮੁਖਤਾਈ ਵਾਲੀ ਬੋਲੀ, ਉਹ ਕਹਿੰਦਾ ਕੇਸ ਸੁਕਾਉਂਦੇ ਆ। ਪਰ ਪੁਰਾਣੇ ਬਾਣੀ ਪੜ੍ਹਨ ਵਾਲੇ ਗੁਰਮੁਖ ਮਹਾਂਪੁਰਖ ਕਦੀ ਇਹ ਸ਼ਬਦ ਨਹੀਂ ਸੀ ਵਰਤਦੇ ਹੁੰਦੇ, ਕੇਸ ਸੁਕਾ ਰਹੇ ਆ। ਨਹੀਂ, ਕੇਸ ਸਿੱਖੀ ਦੀ ਜੜ ਨੇ, ਜਿਹਦੇ ਕੇਸ ਹੀ ਸੁੱਕ ਗਏ ਉਹਦੀ ਸਿੱਖੀ ਵੀ ਸੁੱਕ ਜਾਣੀ ਹੈ। ਕਹਿੰਦੇ ਨੇ ਕੇਸ ਹਰੇ ਕਰ ਰਿਹਾ ਹਾਂ, ਇਹ ਮੈਂ ਹਰੇ ਕਰ ਰਿਹਾ ਕਹਿਣ ਲੱਗੇ। ਇਹ ਬੋਲੀ ਪੁਰਾਣੇ ਬੋਲਦੇ ਆ, ਹਰ ਗੱਲ ਦਾ ਪੁਰਾਣੇ ਗੁਰਸਿੱਖ ਧਿਆਨ ਰੱਖਦੇ। ਮੈਂ ਬੜੇ ਸਾਲ ਪਹਿਲਾਂ ਬਾਬਾ ਜੀ ਦੇ ਕੋਲੋਂ ਇੱਕ ਗੱਲ ਸੁਣੀ ਸੀ, ਅੱਜ ਤੱਕ ਉਸ ਗੱਲ ਦਾ ਧਿਆਨ ਰੱਖਣ ਦਾ ਯਤਨ ਕਰਦਾ ਹਾਂ। ਕੀ ਵੀ ਕਥਾ 'ਚ ਹੀ ਦੱਸਿਆ ਸੀ ਬਾਬਾ ਜੀ ਨੇ ਵੀ ਕਛਹਿਰਾ ਤੇ ਦਸਤਾਰ ਕਦੀ ਇਕੱਠੀਆਂ ਨਹੀਂ ਧੋਈ ਦੀ। ਕਹਿੰਦੇ ਕੋਈ ਗੱਲ ਹੋਈ ਸੀ, ਕਹਿੰਦੇ ਬੀਬੀਆਂ ਮਸ਼ੀਨ 'ਚ ਪਾ ਕੇ ਸਭ ਕੁਝ ਇਕੱਠਾ ਹੀ ਦਰੜ ਮੜਰ ਕਰ ਦਿੰਦੀਆਂ ਨੇ। ਕਹਿੰਦੇ ਇਹ ਵੱਖੋ ਵੱਖਰੀ ਗੱਲ ਹੈ, ਵੱਖੋ ਵੱਖਰੀ ਗੱਲ ਹੈ। ਕਥਾ ਵਿੱਚ ਬਚਨ ਆਇਆ ਸੀ। ਸੋ ਮੇਰੇ ਸਤਿਗੁਰੂ ਜੀ ਨੇ ਕਕਾਰ ਵੀ 5 ਬਖਸ਼ਿਸ਼ ਕੀਤੇ ਹਨ। ਕੜਾ ਹੈ, ਕਿਰਪਾਨ ਹੈ, ਕਛਹਿਰਾ ਹੈ, ਕੇਸ ਹੈ, ਕੰਘਾ ਹੈ। ਇੱਕ ਗੁਰਮੁਖ ਬਚਨ ਸੁਣਾ ਰਹੇ ਸੀ। ਕਹਿੰਦੇ ਮਹਾਰਾਜ ਨੂੰ ਸਿੱਖਾਂ ਨੇ ਪ੍ਰਸ਼ਨ ਕੀਤਾ ਸੀ, ਬੇਨਤੀ ਕੀਤੀ ਸੀ ਸਿੰਘਾਂ ਨੇ ਵੀ ਮਹਾਰਾਜ ਸੱਚੇ ਪਾਤਸ਼ਾਹ ਕਕਾਰਾਂ ਦਾ ਕੀ ਮਹਾਤਮ ਹੈ। ਮਹਾਰਾਜ ਕਹਿਣ ਲੱਗੇ ਬਾਣੀ ਪੜ੍ਹਦਾ ਹੋਵੇ, ਗੁਰਮੰਤਰ ਦਾ ਮੂਲ ਮੰਤਰ ਦਾ ਅਭਿਆਸੀ ਹੋਵੇ, ਤੇ ਜੇ ਕਿਤੇ ਨਰਕਾਂ 'ਚ ਪੈ ਜੇ ਕਕਾਰਾਂ ਤੋਂ ਪਛਾਣ ਹੋ ਜਾਏਗੀ, ਉਸੇ ਵੇਲੇ ਹੀ ਕੱਢ ਲਵਾਂਗਾ ਕਹਿਣ ਲੱਗੇ। ਮਹਾਰਾਜ ਨਰਕਾਂ ਤੋਂ ਰੱਖਣ ਵਾਲੇ ਹਨ ਨਾ। ਆ ਮੁੱਖ ਵਾਕ ਆਉਣਾ, ਬਾਬਾ ਜੀ ਕੀਰਤਨ ਸ਼ਾਇਦ ਕਰਨਗੇ ਉਹਦਾ। ਵੈਸਾਖ ਧੀਰਨ ਕਿਉ ਵਾਢੀਆ, ਜਿੰਨਾ ਪ੍ਰੇਮ ਵਿਛੋਹ, ਹਰ ਸਾਜਨ ਪੁਰਖ ਵਿਸਾਰ ਕੈ, ਲੱਗੀ ਮਾਇਆ ਧੋਹ। ਪੁਰਖ ਦਾ ਕੀ ਅਰਥ ਹੈ? ਅਸੀਂ ਮੂਲ ਮੰਤਰ ਸਾਹਿਬ ਵਿੱਚ ਵੀ ਪੁਰਖ ਸ਼ਬਦ ਬੋਲਦੇ ਹਾਂ। ਇੱਕ ਓੰਕਾਰ ਸਤਨਾਮ ਕਰਤਾ ਪੁਰਖ। ਪੁਰਖ ਦਾ ਕੀ ਭਾਵ ਹੈ? ਪੁਰਖ ਦਾ ਭਾਵ ਦੱਸਿਆ ਮਹਾਂਪੁਰਖਾਂ ਨੇ। ਪੂ ਨਾਮ ਹੈ ਨਰਕ ਦਾ, ਪੂ ਨਾਮ ਨਰਕ ਦਾ ਹੈ। ਰੱਖ ਨਾਮ ਹੈ ਰੱਖਣ ਵਾਲੇ ਦਾ। ਜਿਹੜਾ ਨਰਕਾਂ ਤੋਂ ਰੱਖ ਲਵੇ ਉਹਨੂੰ ਪੁਰਖ ਕਹਿੰਦੇ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪੁਰਖ ਭਗਵੰਤ ਹਨ। ਮਹਾਰਾਜ ਕਹਿਣ ਲੱਗੇ ਮੈਂ ਕਦੀ ਵੀ ਆਪਣੇ ਸਿੱਖ ਨੂੰ ਜਿਹੜਾ ਬਖਸ਼ੀ ਹੋਈ ਰਹਿਤ ਰੱਖੇਗਾ, ਮਰਿਆਦਾ ਰੱਖੇਗਾ, ਉਹਨੂੰ ਨਰਕਾਂ ਵਿੱਚ ਨਹੀਂ ਪੈਣ ਦਿਆਂਗਾ। ਇੱਕ ਦਿਨ ਸਿੰਘਾਂ ਨੇ ਮਹਾਰਾਜ ਨੂੰ ਬੇਨਤੀ ਕੀਤੀ। ਮਹਾਰਾਜ ਬੜੇ ਪ੍ਰਸੰਨ ਬੈਠੇ ਸਨ ਤੇ ਕਹਿਣ ਲੱਗੇ ਮਹਾਰਾਜ ਆਪ ਅੰਮ੍ਰਿਤ ਛਕਣ ਦਾ ਬਚਨ ਕਰਦੇ ਹੋ, ਜੇ ਮਹਾਰਾਜ ਇਹਨੂੰ ਛਕ ਕੇ ਕੋਈ ਗਲਤੀ ਕਰੇ ਤੇ ਮਹਾਰਾਜ ਉਹਦਾ ਵੀ ਭਲਾ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਹੋ ਜਾਂਦਾ ਹੈ। ਸਿੱਖਾਂ ਮਨ 'ਚ ਸੋਚਿਆ, ਸੰਗਤਾਂ ਨੇ, ਸਿੰਘਾਂ ਨੇ ਵੀ ਕਿਵੇਂ? ਤੇ ਮਹਾਰਾਜ ਤੇ ਅੰਤਰਜਾਮਤਾ ਇਉਂ ਹੈ ਜਿਵੇਂ ਗੱਲਾਂ ਕਰੀਦੀਆਂ। ਉਹ ਮਨ 'ਚ ਹੀ ਸੋਚਦੇ ਆ ਕਿਵੇਂ, ਤੇ ਮਹਾਰਾਜ ਤੁਰੰਤ ਉੱਤਰ ਦਿੰਦੇ ਆ ਕਿ ਜੇ ਕੋਈ ਜਿਹਦੇ ਮੁਖ 'ਚ ਇੱਕ ਵਾਰੀ ਇਹ ਬਖਸ਼ਿਸ਼ ਚਲੇ ਗਈ ਹੈ, ਜੇ ਕੋਈ ਢਿੱਲ ਮੱਠ ਕਰ ਵੀ ਲੈਂਦਾ ਹੈ, ਅਗਲਾ ਜਨਮ ਫਿਰ ਮਹਾਰਾਜ ਕਹਿੰਦੇ ਸਿੱਖਾਂ ਦੇ ਘਰ 'ਚ ਹੀ ਦਿਆਂਗਾ, ਫਿਰ ਛਕ ਲੇਗਾ, ਫਿਰ ਭਲਾ ਹੋ ਜਾਏਗਾ। ਤੇ ਸਿੱਖ ਜਿਹੜੇ ਸੀਗੇ ਉਹ ਸਾਹਮਣੇ ਬੈਠੇ ਸੋਚਣ ਵੀ ਜੇ ਅਗਲੇ ਜਨਮ 'ਚ ਵੀ ਢਿੱਲ ਹੋ ਜਾਏ। ਤੇ ਮਹਾਰਾਜ ਸੱਚੇ ਪਾਤਸ਼ਾਹ ਐਨ ਅੰਤਰਜਾਮਤਾ ਫੁਰਦੀ ਹੈ, ਆਪ ਪੁਰਖ ਵਿਧਾਤੇ ਨੇ। ਮਹਾਰਾਜ ਕਹਿਣ ਲੱਗੇ ਕੋਈ ਗੱਲ ਨਹੀਂ, ਜੇ ਕਿਤੇ ਅਗਲੇ ਜਨਮ 'ਚ ਵੀ ਢਿੱਲ ਹੋ ਜਾਏ ਫਿਰ ਸਿੱਖਾਂ ਦੇ ਘਰ 'ਚ ਹੀ ਜਨਮ ਦਿਆਂਗਾ, ਫਿਰ ਮੌਕਾ ਦੇ ਦਿਆਂਗਾ। ਉਹ ਫਿਰ ਫੁਰਨਾ ਬਣਾ ਲਿਆ ਵੀ ਜੇ ਉੱਥੇ ਵੀ ਢਿੱਲ ਹੋ ਜਾਏ,
ਜਿਵੇਂ ਕਈਆਂ ਲੱਕ ਹੀ ਬੰਨਿਆ ਹੁੰਦਾ ਢਿੱਲਾਂ ਕਰਨ ਨੂੰ। ਮਹਾਰਾਜ ਫਿਰ ਫੁਰਨਾ ਬੁੱਝ ਕੇ ਕਹਿਣ ਲੱਗੇ ਵੀ ਕੋਈ ਗੱਲ ਨਹੀਂ, ਜੇ ਉੱਥੇ ਵੀ ਢਿੱਲ ਹੋ ਜੇ ਨਾ ਫਿਰ ਮੌਕਾ ਦਿਆਂਗਾ। ਫਿਰ ਉਹਨਾਂ ਸੋਚ ਲਿਆ ਵੀ ਜੇ ਫਿਰ ਹੋ ਗਈ, ਤੇ ਮਹਾਰਾਜ ਅੰਤਰਜਾਮੀ ਜੀ ਨੇ ਫਿਰ ਗੱਲ ਮੁਕਾਈ। ਮਹਾਰਾਜ ਕਹਿਣ ਲੱਗੇ ਜਿੰਨੇ ਮਰਜ਼ੀ ਜਨਮ 'ਚ ਢਿੱਲਾਂ ਕਰੀ ਜਾਵੇ, ਇੱਕ ਵਾਰੀ ਜਿਹਦੇ ਮੁਖ 'ਚ ਬਖਸ਼ਿਸ਼ ਚਲੇ ਗਈ ਨਰਕਾਂ 'ਚ ਨਹੀਂ ਪੈਣ ਦਿੰਦਾ, ਮੁਕਤੀ ਕਰਾਂਗਾ ਕਹਿਣ ਲੱਗੇ। ਪੱਕਾ ਹੀ ਬਚਨ ਸੱਚੇ ਪਾਤਸ਼ਾਹ ਜੀ ਨੇ ਕੀਤਾ। ਇੱਕ ਵਾਰੀ ਜਿਹਦੇ ਮੁਖ 'ਚ ਇਹ ਬਖਸ਼ਿਸ਼ ਚਲੇ ਗਈ ਨਰਕਾਂ 'ਚ ਨਹੀਂ ਪੈਣ ਦਿੰਦੇ। ਮਹਾਰਾਜ ਕਹਿਣ ਲੱਗੇ ਮੁਕਤ ਕਰਾਂਗਾ। ਔਰ ਨਾਲ ਕਈ ਗੁਰਮੁਖ ਪਿਆਰੇ ਇਹ ਵੀ ਦੱਸਦੇ ਵੀ 10,000 ਸਾਲ ਤੱਕ ਦਾ ਸਮਾਂ ਦੇ ਦਿੰਦੇ। ਮਹਾਰਾਜ ਏਡੇ ਦਿਆਲੂ ਨੇ, 10,000 ਸਾਲ ਤੱਕ ਦਾ। ਤਾਂ ਇਹ ਤਾਂ 2021 ਹੈ। 10,000 ਸਾਲ ਤੱਕ ਦਾ ਸਮਾਂ ਸਤਿਗੁਰੂ ਦੇ ਦਿੰਦੇ ਆ। ਸੱਚੇ ਪਾਤਸ਼ਾਹ ਇੰਨੇ ਦਿਆਲੂ ਕਿਰਪਾਲੂ ਨੇ, ਇੰਨੇ ਦਿਆਲੂ ਕਿਰਪਾਲੂ ਨੇ। ਬਾਕੀ ਤਾਕਤ ਵਰਤਦੀ ਹੈ, ਸ਼ੱਕ ਨਹੀਂ ਕਰਨਾ ਕਦੀ ਵੀ। ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ, ਉਹਨਾਂ ਮਹਾਂਪੁਰਖਾਂ ਦੇ ਜੀਵਨ ਦੀ ਘਟਨਾ, ਮਹਾਂਪੁਰਖਾਂ ਦਾ ਤਰੀਕਾ ਜਿਹੜਾ ਸੀਗਾ ਉਹ ਧਾਰਨਾ ਵਾਲਾ ਸੀ। 10-10 ਦਿਨ ਇੱਕ ਪਿੰਡ 'ਚ ਦੀਵਾਨ ਲਾਉਂਦੇ ਹੁੰਦੇ ਸਨ ਮਹਾਂਪੁਰਖ। ਇੱਕ ਪਿੰਡ 'ਚ ਦੀਵਾਨ ਲਾਇਆ, ਉੱਥੇ ਬ੍ਰਾਹਮਣਾਂ ਦਾ ਮੁੰਡਾ ਰੋਜ਼ ਆ ਕੇ ਮਹਾਂਪੁਰਖਾਂ ਦੇ ਮੁਖੋਂ ਕਥਾ ਕੀਰਤਨ ਸੁਣਦਾ ਸੀ। ਤੇ ਮਹਾਂਪੁਰਖਾਂ ਨੇ ਆਖਿਆ ਭਾਈ ਅੰਮ੍ਰਿਤ ਦਾ ਬਾਟਾ ਤਿਆਰ ਹੋਏਗਾ, ਅੰਮ੍ਰਿਤ ਛਕੋ। ਉਹ ਬਾਹਮਣਾਂ ਦੇ ਮੁੰਡੇ ਦਾ ਫੁਰਨਾ ਬਣ ਗਿਆ ਵੀ ਮੈਂ ਵੀ ਛਕਣਾ। ਇਹ ਤੇ ਗੁਰੂ ਦੀ ਕਿਰਪਾ ਦੀ ਖੇਡ ਹੈ ਸਾਧ ਸੰਗਤ ਜੀ। ਜਦੋਂ ਉਹਦਾ ਫੁਰਨਾ ਬਣਿਆ ਉਹ ਘਰ ਗਿਆ। ਘਰ ਜਾ ਕੇ ਮਾਂ ਨੂੰ ਕਹਿਣ ਲੱਗਾ ਮਾਂ ਮੈਂ ਅੰਮ੍ਰਿਤ ਛਕਣਾ ਹੈ। ਉਹ ਹੁਣ ਕੱਟੜ ਬ੍ਰਾਹਮਣ, ਉਹ ਕਹਿੰਦੇ ਤੇਰਾ ਦਿਮਾਗ ਖਰਾਬ ਹੈ, ਸਾਡੇ ਪਰਿਵਾਰ 'ਚ ਨਹੀਂ ਕੋਈ ਛਕਦਾ, ਤੂੰ ਕਿਵੇਂ ਛਕ ਲੇਗਾ। ਖਹਿੜੇ ਪੈ ਗਿਆ। ਉਹਦੀ ਮਾਂ ਕਹਿਣ ਲੱਗੀ ਚੱਲ ਤੇਰੇ ਬਾਪ ਨੂੰ ਆ ਲੈਂਦੇ, ਨਿਸ਼ਚਾ ਕਰਾਂਗੇ, ਡਿਸਾਈਡ ਕਰਾਂਗੇ। ਉਹ ਸਾਧ ਸੰਗਤ ਜੀ ਉਹਦਾ ਪਿਤਾ ਜਦੋਂ ਆਇਆ ਬਾਹਮਣ ਬਾਹਰੋਂ, ਕੰਮਕਾਰ ਕੀਤਾ ਸੀ, ਥੱਕਿਆ ਸੀ, ਕਹਿਣ ਲੱਗੀ ਜੀ ਆ ਤੁਹਾਡਾ ਮੁੰਡਾ ਕਹਿੰਦਾ ਹੈ ਅੰਮ੍ਰਿਤ ਛਕਣਾ। ਉਹਨੂੰ ਬੜਾ ਗੁੱਸਾ ਚੜਿਆ ਵੀ ਇਹ ਕਿਹੜੇ ਪਾਸੇ ਤੁਰ ਪਿਆ, ਸਾਡਾ ਧਰਮ ਹੀ ਨਹੀਂ ਇਹ ਹੈ। ਕਹਿੰਦਾ ਜੇ ਇਹਨੇ ਬਹੁਤਾ ਅੰਮ੍ਰਿਤ ਦਾ ਨਾਮ ਲਿਆ ਨਾ ਇਹਨੂੰ ਘਰੋਂ ਹੀ ਕੱਢ ਦੇਣਾ ਹੈ। ਬੱਚਾ ਸੀਗਾ, ਡਰ ਗਿਆ, ਉਹਦੇ ਤੇ ਪ੍ਰਭਾਵ ਪੈ ਗਿਆ, ਉਹ ਰੋਣ ਲੱਗ ਪਿਆ। ਰਾਤ ਰੋਂਦਾ ਰਿਹਾ, ਹਟਕੋਰੇ ਲੈਂਦਾ ਰਿਹਾ। ਕਹਿੰਦੇ ਆ ਰਾਤ ਉਹ ਬੱਚਾ ਜਿਹੜਾ ਸੀ ਉਹ ਚਾਲਾ ਹੀ ਮਾਰ ਗਿਆ। ਉਹਦੇ ਮੁਖੋਂ ਜਿਹੜਾ ਅੰਤਮ ਸ਼ਬਦ ਨਿਕਲਿਆ ਉਹ ਅੰਮ੍ਰਿਤ ਨਿਕਲਿਆ। ਮਾਂ ਕੋਲ ਬੈਠੀ ਸੀ, ਉਹਨੇ ਵੇਖ ਲਿਆ। ਦਿਨੇ ਰੌਲਾ ਪੈ ਗਿਆ, ਸਭ ਬਰਾਦਰੀ ਉਹਨਾਂ ਦੀ ਇਕੱਠੀ ਹੋ ਗਈ। ਉਹਦੇ ਪੁੱਤ ਦਾ ਸਰੀਰ ਚੁੱਕਣ ਲੱਗੇ, ਧਾਹਾਂ ਮਾਰ ਕੇ ਕਹਿੰਦੀ ਪੁੱਤ ਅਗਲੇ ਜਨਮ 'ਚ ਸਿੱਖਾਂ ਦੇ ਘਰ ਪੈਦਾ ਹੋਈ, ਜੰਮਦੇ ਨੂੰ ਮਿਲੇਗਾ। ਉਹ ਦਿੰਦੇ ਨਾ 5 ਵਾਹਿਗੁਰੂ ਸ੍ਰੀ ਜਪਜੀ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਤਿਆਰ ਕਰਕੇ ਦਿੰਦੇ। ਅਗਲੇ ਜਨਮ 'ਚ ਸਿੱਖਾਂ ਦੇ ਘਰ ਪੈਦਾ ਹੋਈ, ਜੰਮਦੇ ਨੂੰ ਮਿਲੇਗਾ। ਫਿਰ ਕਹਿਣ ਲੱਗੀ ਵੀ ਇਹਦੇ ਤੇ ਮੇਰਾ ਅਧਿਕਾਰ ਹੈ, ਭਾਵੇਂ ਸਰੀਰ ਤਿਆਗਤਾ। ਕਹਿੰਦਾ ਸੀ ਅੱਜ ਬਾਟਾ ਤਿਆਰ ਹੋਣਾ ਅੰਮ੍ਰਿਤ ਦਾ, ਇਹਦੀ ਲਾਸ਼ ਗੁਰਦੁਆਰੇ ਲੈ ਜਾਓ, ਇਹਦੇ ਮੂੰਹ 'ਚ ਥੋੜ੍ਹਾ ਜਿਹਾ ਪਵਾ ਲੈਂਦੇ ਆ, ਸੰਸਕਾਰ ਸਮੇਂ ਵਿੱਚ ਤੇ ਹੋਏਗਾ ਨਾ ਸਰੀਰ ਦੇ। ਸਰੀਰ ਲੈ ਆਏ, ਬਾਹਰ ਰੌਲਾ ਪਾਈ ਜਾਵੇ, ਰੌਲਾ ਪਾਈ ਜਾਵੇ। ਅੰਦਰ ਬਾਟਾ ਤਿਆਰ ਹੋ ਰਿਹਾ ਤੇ 5 ਪਿਆਰਿਆਂ ਵਿੱਚ ਕਰਨੀ ਵਾਲੇ, ਨਾਮ ਜਪਣ ਵਾਲੇ ਮਹਾਂਪੁਰਖ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਆਪ ਲੱਗੇ ਨੇ ਜੀ। ਹੁਣ ਮਹਾਂਪੁਰਖਾਂ ਦਾ ਜਪ ਤਪ ਬੜਾ ਹੈ ਨਾ। 1.25 ਲੱਖ ਜਪਜੀ ਸਾਹਿਬ ਦਾ ਪਾਠ ਹਜ਼ੂਰ ਸਾਹਿਬ ਕੀਤਾ ਸੀ। ਗੋਦਾਵਰੀ ਨਦੀ 'ਚ ਖਲੋ ਕੇ ਦਾਸ ਨੇ ਦਰਸ਼ਨ ਕੀਤੇ ਆ। ਉੱਥੇ ਦਰਿਆ ਦੇ ਵਿੱਚ ਜਗ੍ਹਾ ਬਣੀ ਮਹਾਂਪੁਰਖਾਂ ਦੀ, ਦਰਿਆ ਦੇ ਵਿੱਚ। ਅੰਮ੍ਰਿਤ ਦਾ ਬਾਟਾ ਤਿਆਰ ਹੋਇਆ ਤੇ ਬਾਹਰ ਰੌਣ ਦੀਆਂ ਆਵਾਜ਼ਾਂ ਆਉਣ। ਮਹਾਂਪੁਰਖਾਂ ਨੇ ਸਿੰਘ ਨੂੰ ਪੁੱਛਿਆ ਵੀ ਸਿੰਘਾ ਰੌਲਾ ਕਾਹਦਾ?
ਕਹਿੰਦੇ ਮਹਾਂਪੁਰਖੋ ਇੱਕ ਮਾਂ ਆਪਣੇ ਪੁੱਤ ਦੀ ਲਾਸ਼ ਹੀ ਲੈ ਕੇ ਆਈ ਹੈ, ਕਹਿੰਦੀ ਮਰੇ ਦੇ ਮੂੰਹ 'ਚ ਪਾਓ। ਹੁਣ ਉਹ ਮਹਾਂਪੁਰਖਾਂ ਨੇ ਸਾਰੀ ਸੰਗਤ ਨੂੰ ਛਕਾਇਆ, ਉਹ ਬਾਹਰ ਰੋਂਦੀ ਰਹੀ। ਵਿਚਾਰ ਕੀਤੀ ਵੀ ਉਹਨੇ ਤੇ ਕਕਾਰ ਹੀ ਨਹੀਂ ਪਾਇਆ, ਉਹਨੂੰ ਕਿਵੇਂ ਉਹਦੇ ਮੂੰਹ 'ਚ ਪਾਈਏ, ਨਾਲੇ ਮਰਿਆ। ਤੇ ਫਿਰ ਪੰਜ ਪਿਆਰਿਆਂ 'ਚੋਂ ਦੱਸਦੇ ਆ, ਕਹਿੰਦੇ ਸਿੰਘ ਇੱਕ ਬੋਲਿਆ ਵੀ ਮਹਾਂਪੁਰਖੋ ਕੋਈ ਨਹੀਂ, ਜਿਹੜਾ ਆ ਗਿਆ ਛਕਾ ਦਈਏ, ਉਹਦੇ ਮੁਖ 'ਚ ਵੀ ਪਾ ਦਈਏ। ਉਹ ਅੰਮ੍ਰਿਤ ਦਾ ਬਾਟਾ ਬਾਹਰ ਲੈ ਕੇ ਗਏ ਲਾਸ਼ ਲਾਗੇ, ਤੇ ਇੱਕ ਪੰਜ ਪਿਆਰੇ ਨੇ ਉਹਦਾ ਮੂੰਹ ਫੜ ਕੇ ਖੋਲ੍ਹਿਆ ਜਿਵੇਂ ਖੋਲੀਦਾ ਹੈ, ਤੇ ਸੰਤ ਅਤਰ ਸਿੰਘ ਜੀ ਜਿਨ੍ਹਾਂ ਦਾ ਰੋਮ ਰੋਮ ਪਰਮੇਸ਼ਰ ਦੇ ਨਾਮ 'ਚ ਰੰਗਿਆ ਪਿਆ, ਰੋਮ ਰੋਮ, ਹੱਥ 'ਚ ਅੰਮ੍ਰਿਤ ਲਿਆ, ਉਹਦੇ ਮੁਖ 'ਚ ਪਾਇਆ। ਤੇ ਆਪ ਜੀ ਨੂੰ ਪਤਾ ਹੀ ਹੈ, ਜਦੋਂ ਪਹਿਲਾ ਚੂੜਾ ਛਕਾਉਂਦੇ ਆ ਪੰਜ ਪਿਆਰੇ ਫਤਿਹ ਬੁਲਵਾਉਂਦੇ ਆ, ਉਹ ਜਦੋਂ ਪਾਇਆ ਨਾ ਉਹਦੇ ਮੁਖ 'ਚ, ਤੇ ਕਹਿੰਦੇ ਬੋਲ ਵਾਹਿਗੁਰੂ ਜੀ ਕਾ ਖਾਲਸਾ। ਉਹ ਸਾਧ ਸੰਗਤ ਜੀ ਜਿਹੜਾ ਰਾਤ ਦਾ ਮਰ ਗਿਆ ਸੀ ਨਾ, ਉਹ ਉੱਠ ਕੇ ਬਹਿ ਗਿਆ, ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 18 ਪਰਿਵਾਰ ਸਨ ਬ੍ਰਾਹਮਣਾਂ ਦੇ, 18 ਦੇ 18 ਨੇ ਵੇਖਿਆ ਸਾਡਾ ਮਰਿਆ ਮੁੰਡਾ ਜਿੰਦਾ ਕਰਤਾ ਇਹਨਾਂ ਨੇ। ਤੇ ਉਹ ਫਿਰ 18 ਦੇ 18 ਨੇ ਹੀ ਉੱਥੇ ਮਹਾਂਪੁਰਖਾਂ ਨੂੰ ਬੇਨਤੀ ਕਰਕੇ ਤੇ ਇਹ ਦਾਤ ਪ੍ਰਾਪਤ ਕੀਤੀ ਜੀ। ਸੋ ਤਾਕਤ ਅੱਜ ਵੀ ਵਰਤਦੀ ਹੈ, ਪਰ ਨਾਲ ਦੀ ਨਾਲ ਉਹ ਸਰੀਰ ਵੀ ਉਨੀ ਕਮਾਈ ਵਾਲੇ ਹੋਣ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਸਾਰਿਆਂ ਨੂੰ ਵੈਸਾਖੀ ਦੀ ਬਹੁਤ ਬਹੁਤ ਵਧਾਈ ਹੋਵੇ। ਖਾਲਸਾ ਸਾਜਣਾ ਦੀ ਸਾਰੇ ਸੰਸਾਰ ਨੂੰ ਵਧਾਈ ਹੈ, ਹਿੰਦੂਆਂ ਨੂੰ, ਮੁਸਲਮਾਨਾਂ ਨੂੰ, ਈਸਾਈਆਂ ਨੂੰ, ਕਿਉਂਕਿ ਮਹਾਰਾਜ ਨੇ ਸਾਰਿਆਂ ਵਾਸਤੇ ਹੀ ਬਣਾਇਆ, ਸਾਰਿਆਂ ਵਾਸਤੇ ਫੌਜ ਸਾਜੀ ਹੈ। ਸੋ ਆਪ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ। ਹੁਣ ਅਤੀ ਸਤਿਕਾਰਯੋਗ ਬਾਬਾ ਜੀ ਨੇ ਸਾਨੂੰ ਮਹਾਰਾਜ ਸਾਹਿਬ ਜੀ ਦੀ ਬਾਣੀ, ਕਥਾ, ਕੀਰਤਨ ਸਰਵਣ ਕਰਾਵਣਾ ਹੈ। ਆਪ ਜੀ ਬੜੇ ਪ੍ਰੇਮ ਦੇ ਨਾਲ ਸਰਵਣ ਕਰੋ ਜੀ। ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਸ਼ ਕਰਨੀ ਜੀ। ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।